ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਗੁਰੂ ਨਾਨਕ ਨਿਕਟ ਬਸੇ ਬਨਵਾਰੀ। ਤਿਨ ਲੈਣਾ ਥਾਪ ਜੋਤ ਜਗ ਕਾ ਧਾਰੀ। ਲੈਣੇ ਪੰਥ ਧਰਮ ਕਾ ਕੀਆ। ਅਮਰਦਾਸ ਭੱਲੇ ਕੋ ਦੀਆ। ਤਿਨ ਸ਼੍ਰੀ ਗੁਰੂ ਰਾਮਦਾਸ ਸੋਢੀ ਥਿਰ ਥਪਿਓ। ਹਰ ਕਾ ਨਾਮ ਅਖੇ ਨਿਧ ਅਪਿਓ। ਅਪਿਓ ਹਰ ਨਾਮ ਅਖੇ ਨਿਧ। ਜਉ ਗੁਰ ਜਉ ਜੁਗ ਗੁਰ ਸੇਵਾ ਕਰ ਫਲ ਲਈਉ। ਬੰਦੇ ਜੋ ਚਰਨ ਸਰਨ ਸੁਖ ਪਾਵੈ। ਪਰਮਾਨੰਦ ਗੁਰਮੁਖ ਕਹੀਹੰ। ਪ੍ਰਤੱਖ ਦੇ ਪਾਰ ਬ੍ਰਹਮ ਸਾਮੀ। ਆਦਿ ਰੂਪ ਭੋਖਣ ਪਰਣੰ। ਸਤਿਗੁਰ ਗੁਰ ਸੇਵ ਲਖ ਗਤ ਜਾਂਕੀ। ਸ਼੍ਰੀ ਰਾਮਦਾਸ ਤਾਰਨ ਤਰਣੰ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਸੇਵਾ ਕਰਤ ਨਾ ਛੋੜਿਓ ਪਾਸ। ਤਾਂ ਤੇ ਗੌਰ ਗਿਆਨ ਪ੍ਰਗਟ ਉਜਿਆਰੋ। ਦੁਖ ਦਲਿਦਰ ਅੰਧਿਆਰ ਕੋ ਨਾਸ। ਕਉ ਕੀਰਤ ਜੋ ਸੰਤ ਚਰਨ ਮੁੜ ਲਾਗੈ। ਤਿਨ ਕਾਮ ਕ੍ਰੋਧ ਜਮ ਕੋ ਨੀ ਤਰਾਸ। ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰਾ। ਜਿਵੇਂ ਅੰਗਦ ਅੰਗ ਸੰਗ ਗੁਰੂ ਨਾਨਕ। ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰਾ। ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗਰੂਰਾ। ਲੱਭ ਬਣਾਏ ਮਾਨਸਾ ਜੋ ਪਾਣੀ ਬੂਰਾ। ਵਰਿਆ ਦਰਗਹਿ ਗੁਰੂ ਕੀ। ਕੁਦਰਤੀ ਨੂਰਾ। ਜਿਤ ਸੁਹਾਥ ਨ ਲੱਭਈ ਤੂੰ ਉਹ ਠਰੂਰਾ। ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰਾ। ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰਾ। ਨੇੜੇ ਦਿਸੇ ਮਾਤ ਲੋਗਾ ਤੁਧ ਸੁਝੈ ਦੂਰਾ। ਫੇਰ ਵਸਾਇਆ ਫੇਰ ਆਣ
ਸਤਿਗੁਰ ਖਡੂਰਾ ਫਿਰ ਵਸਾਇਆ ਫਿਰ ਆਣ ਸਤਿਗੁਰ ਖਡੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਜਿਨ੍ਹਾਂ ਦੀ ਜੀਵਨ ਗਾਥਾ ਆਪਾਂ ਆਰੰਭ ਕੀਤੀ ਹੋਈ ਹੈ ਔਰ ਪਿਛਲੇ ਭਾਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਸਤਿਗੁਰਾਂ ਦੇ ਸਨਮੁਖ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਸੰਗਤ ਆਈ। ਉਹਨਾਂ ਵਿੱਚ ਇੱਕ ਸਿੱਖ ਆਇਆ, ਭਾਈ ਖਾਨੂ, ਤੇ ਜਿਸ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀਓ, ਕੋਈ ਉਪਦੇਸ਼ ਦਿਓ, ਰੱਬ ਨਾਲ ਮਿਲਣ ਹੋ ਸਕੇ, ਜ਼ਿੰਦਗੀ ਸਫਲ ਹੋ ਸਕੇ। ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ, ਭਾਈ ਖਾਨੂ ਨੂੰ ਤੇ ਭਾਈ ਮਾਹੀਏ ਨੂੰ, ਵੀ ਰੱਬ ਦੀ ਬੰਦਗੀ ਕਰਨੀ ਹੈ, ਰੱਬ ਦਾ ਨਾਮ ਜਪਣਾ ਵਾ, ਕਿਉਂਕਿ ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਸੇ ਨੂੰ ਕਿਰਪਾਲ ਸੰਭਾਲੇ। ਸਮਾਂ ਨਹੀਂਗਾ ਹੁਣ ਹੋਰ ਕੁਛ ਕਰਨ ਦਾ ਭਾਈ। ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਹ ਕਲ ਕੀਰਤ ਨਾਮ ਆਧਾਰ। ਤੇ ਫਿਰ ਮਹਾਰਾਜ ਆਖਿਆ ਵੀ ਹੁਣ ਕੋਈ ਸਮਾਂ ਨਹੀਂਗਾ ਕਲ ਯੁੱਗ ਦੇ ਅੰਦਰ ਇੱਕ ਰੱਬ ਦੀ ਬੰਦਗੀ ਤੋਂ ਬਿਨਾਂ ਤੇ ਰੱਬ ਦਾ ਨਾਮ ਜਪਣ ਤੋਂ ਬਿਨਾਂ। ਤੇ ਉਹਨਾਂ ਨੇ ਫਿਰ ਸਮਾਂ ਦੱਸਿਆ ਸੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਵੀ ਕਿਹੜੇ ਸਮੇਂ ਰੱਬ ਦੀ ਬੰਦਗੀ ਕਰਨੀ ਆ। ਉੱਦਾਂ ਤੇ ਮਹਾਰਾਜ ਨੇ ਬਚਨ ਕੀਤਾ ਵੀ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਜੇ ਮਹਾਰਾਜ ਕਹਿੰਦੇ ਤੁਸੀਂ ਸਮੇਂ ਦੀ ਉਡੀਕ ਕਰਦੇ ਰਹੋ ਤੇ ਇਹ ਵੀ ਠੀਕ ਨਹੀਂ ਹੈ, ਪਰ ਪਹਿਲਾਂ ਜਦੋਂ ਕੋਈ ਤੋਰ ਤੋਰਨੀ ਪੈਂਦੀ ਆ, ਫਿਰ ਮਰਜ਼ਾਦਾ ਦੇਣੀ ਪੈਂਦੀ ਆ। ਤੇ ਜਿੱਦਣ ਉਹ ਪੱਕ ਜਾਂਦੀ ਆ ਮਰਜ਼ਾਦਾ, ਫਿਰ ਮਰਜ਼ਾਦਾ ਦੀ ਲੋੜ ਨਹੀਂ, ਫਿਰ ਪ੍ਰੇਮ ਸ਼ੁਰੂ ਹੋ ਜਾਂਦਾ ਹੈ। ਫਿਰ ਉੱਥੇ ਮਹਾਰਾਜ ਨੇ ਕਿਹਾ ਵੀ ਚੌਥੇ ਪੈਰ ਸੁਬਾ ਕੇ ਸੁਰਤਿਆਂ ਉਪਜਿਓ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ। ਅੱਗੇ ਮਹਾਰਾਜ ਨੇ ਕਿਹਾ ਵੀ ਅਗਰ ਤੁਸੀਂ ਰੱਬ ਦਾ ਨਾਮ ਅੰਮ੍ਰਿਤ ਵੇਲੇ ਨਹੀਂ ਜਪਦੇ ਨਾ, ਤੇ ਜਦੋਂ ਫਿਰ ਦਿਨ ਚੜ੍ਹ ਜਾਂਦਾ ਤੇ ਫਿਰ ਪਤਾ ਕੀ ਹੁੰਦਾ ਹੈ, ਪੀ ਖਾਣੇ ਸਿਓ ਦੋਸਤੀ। ਮੁੜ ਕੇ ਫਿਰ ਜਦੋਂ ਦਿਨ ਚੜ੍ਹਦਾ ਫਿਰ ਖਾਣ ਪੀਣ ਨਾਲ ਦੋਸਤੀ ਪੈ ਜਾਂਦੀ ਆ। ਇਹ ਅੰਮ੍ਰਿਤ ਵੇਲਾ ਹੀ ਆ ਜਦੋਂ ਕੋਈ ਧਿਆਨ ਸਾਧਨਾ ਉਹ ਉਪਦੇਸ਼ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਖਾਨੂ ਨੂੰ ਬਖਸ਼ਿਸ਼ ਕੀਤਾ। ਅੱਜ ਆਪਾਂ ਉਹਨਾਂ ਦੇ ਜੀਵਨ ਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨੀ ਆ, ਕਿਉਂਕਿ ਭਾਈ ਨੰਦ ਲਾਲ ਜੀ ਨੇ ਆਖਿਆ ਵੀ ਬੇਦਾਰਸਤ ਜ਼ਿੰਦਗੀ ਏ ਸਾਹਿਬਾ ਏ ਸ਼ੌਂਕ। ਬੰਦਿਆ, ਜੇ ਤੂੰ ਆਪਣੀ ਜ਼ਿੰਦਗੀ ਵਿੱਚ ਹੁਸ਼ਿਆਰੀ ਚਾਹੁੰਦਾ ਹੈ, ਦਿਲ ਇੱਧਰ ਨੂੰ ਗਾਉਣਾ ਚਾਹੁੰਦਾ ਹੈ, ਤੇ ਬੇਦਾਰਸਤ ਜ਼ਿੰਦਗੀ ਏ ਸਾਹਿਬਾ ਏ ਸ਼ੌਂਕ। ਜੇ ਤੇ ਤੂੰ ਜ਼ਿੰਦਗੀ ਵਿੱਚ ਕੋਈ ਰੱਬ ਨੂੰ ਮਿਲਣ ਦਾ ਸ਼ੌਂਕ ਰੱਖਦਾ ਹੈ ਤੇ ਜ਼ਿੰਦਗੀ ਵਿੱਚ ਹੁਸ਼ਿਆਰੀ ਚਾਹੁੰਦਾ ਕਿ ਮੇਰੇ ਅੰਦਰੋਂ ਦਲਿੱਦਰ ਖਤਮ ਹੋ ਜਾਵੇ, ਹਾਲਾਂਕਿ ਬਾਕੀ ਕੰਮਾਂ ਵਾਸਤੇ ਦਲਿੱਦਰ ਹੈ। ਮਾਰ ਗਿਆ ਵੀ काम की बे नाम की बेड़ा पै पै सोया।
ਉਹ ਭਾਈ ਮੈਂ ਇੱਧਰ ਨਾ ਹੀ ਬਹੁਤਾ ਜਾਵਾਂ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਬਿਦਾਰਸਤ ਜ਼ਿੰਦਗੀ ਏ ਸਾਹਿਬਾ ਏ ਸ਼ੌਂਕ। ਤੂੰ ਜ਼ਿੰਦਗੀ ਵਿੱਚ ਹੁਸ਼ਿਆਰੀ ਚਾਹੁੰਦਾ ਹੈ ਤੇ ਰੱਬ ਨੂੰ ਮਿਲਣ ਦਾ ਸ਼ੌਂਕ ਰੱਖਦਾ ਹੈ, ਅਥਵਾ ਤੇਰੇ ਅੰਦਰ ਸ਼ੌਂਕ ਪੈਦਾ ਹੋ ਜਾਵੇ ਤੇ ਕੀ ਕਰ, ਬਹੁਤੀਆਂ ਟੱਕਰਾਂ ਮਾਰਨ ਦੀ ਲੋੜ ਨਹੀਂ। ਕਲਯੁਗ ਦਾ ਸਮਾਂ ਮਾਰਨ ਆਖਿਆ ਭਾਈ ਕਿ ਬਿਦਾਰਸਤ ਜ਼ਿੰਦਗੀ ਏ ਸਾਹਿਬਾ ਏ ਸ਼ੌਂਕ, ਗੋਇਆ ਹਰਾਮ ਕਰ ਦਮ। ਬਹੁਤੇ ਕੋਈ ਸਿਆਪੇ ਨਹੀਂ ਕਰਨੇ, ਇੱਕੋ ਹੀ ਕੰਮ ਕਰਨਾ ਹੈ। ਉਹ ਕਿਹੜਾ? ਹਰਾਮ ਕਰ ਦਮ ਆਂਦੇ ਖੁਆਬੇ ਸੁਬਹਾ। ਸੁਬਹਾ ਅੰਮ੍ਰਿਤ ਵੇਲੇ ਸੌਣ ਨੂੰ ਹਰਾਮ ਸਮਝ ਲੈ। ਮਰਜ਼ਾਦਾ ਧਾਰਨ ਕਰਨ ਦੀ ਲੋੜ ਨਹੀਂ ਹੈ, ਇੱਕੋ ਨੇਮ ਨਿਭਾ ਲਓ ਅੰਮ੍ਰਿਤ ਵੇਲੇ ਜਾਗਣ ਦਾ, ਉਹਦੇ ਨਾਲ ਹੀ ਗੱਲ ਬਣ ਜਾਣੀ ਹੈ। ਤੇ ਜਿੱਦਣ ਨੇਮ ਨਿਭ ਗਿਆ ਤੇ ਨੇਮ ਇੱਕ ਬੀਜ ਵਾ ਤੇ ਨੇਮ ਵਿੱਚੋਂ ਪਿਆਰ ਦਾ ਬੂਟਾ ਪੈਦਾ ਹੋ ਜਾਣਾ ਹੈ। ਤੇ ਜਿੱਦਣ ਬੂਟਾ ਪੈਦਾ ਹੋ ਜਾਂਦਾ ਹੈ, ਬੀਜ ਨਹੀਂ ਥੱਲੇ ਰਹਿੰਦਾ। ਫਿਰ ਬੀਜ ਉਹਨਾਂ ਚਿਰ ਕਾਇਮ ਹੈ ਜਿੰਨਾ ਚਿਰ ਉੱਤੇ ਬੂਟਾ ਨਹੀਂ ਹੈ। ਜਦੋਂ ਬੂਟਾ ਪੈਦਾ ਹੋ ਜੇ ਫਿਰ ਬੀਜ ਖਤਮ ਹੋ ਜਾਂਦੇ ਨੇ। ਇਹ ਨੇਮ ਇਸ ਕਰਕੇ ਗੁਰੂ ਪੀਰ ਮਹਾਂਪੁਰਖ ਦਿੰਦੇ ਨੇ ਤਾਂ ਕਿ ਸਾਡੇ ਅੰਦਰ ਪਿਆਰ ਪੈਦਾ ਹੋ ਜੇ, ਪ੍ਰੇਮ ਦਾ ਬੂਟਾ ਪੈਦਾ ਹੋ ਜੇ। ਤੇ ਜਿੱਦਣ ਬੂਟਾ ਪੈਦਾ ਹੋ ਗਿਆ ਤੇ ਬੀਜ ਆਪੇ ਹੀ ਖਤਮ। ਖੈਰ ਉਹ ਫਿਰ ਭਾਈ ਖਾਨੂ ਨੂੰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਆਓ ਆਪਾਂ ਅੱਜ ਖਡੂਰ ਸਾਹਿਬ ਦੀ ਧਰਤੀ ਉੱਤੇ, ਜਦੋਂ ਅਜੇ ਸ਼੍ਰੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਰਤਾਰਪੁਰ ਨਹੀਂ ਗਏ, ਕਿਉਂਕਿ ਕੱਲ ਵੀ ਕੋਈ ਕਹਿ ਰਿਹਾ ਸੀ ਵੀ ਉਹਨਾਂ ਦਾ ਜੀਵਨ ਜਿਹੜਾ ਉਹ ਇੱਕ ਸਿੱਖ ਤੋਂ ਆਰੰਭ ਹੁੰਦਾ ਹੈ ਤੇ ਘਾਲਣਾ ਜਾਂ ਪਵੇ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਕਿਉਂਕਿ ਮਹਾਰਾਜ ਬਚਨ ਕਹਿੰਦੇ ਕਿ ਭਗਤ ਕਰੇ ਮਰ ਜੀਵੜੇ। ਇੱਕ ਭਗਤੀ ਤੇ ਇੱਕ ਗੁਰੂ ਦੀ ਸੇਵਾ, ਇਹ ਕੋਈ ਮਰਦ ਸੂਰਮਾ ਹੀ ਕਰ ਸਕਦਾ ਹੈ। ਭਗਤ ਕਰੇ ਮਰ ਜੀਵੜੇ, ਜਾਂ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਮਰਦਾਂ ਵਾਲੀ ਘਾਲਣਾ ਘਾਲੀ ਕਰਤਾਰਪੁਰ ਸਾਹਿਬ। ਉਸ ਤੋਂ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੇ ਇੱਕ ਲਹਿਣੇ ਦੇ ਸਿੱਖ ਦੇ ਰੂਪ ਵਿੱਚ ਨੇ। ਤੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ ਤੇ ਉੱਥੇ ਇੱਕ ਸੰਗਤ ਬਣ ਕੇ ਜਾਂਦੇ ਨੇ। ਤੇ ਉਹ ਸੰਗਤ ਦਾ ਕਰਤਾ ਧਰਤਾ ਹੈ ਭਾਈ ਜੋਧ ਜੀ। ਤੇ ਜੋਧ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲੇ। ਸ੍ਰੀ ਲਹਿਣਾ ਜੀ ਉੱਥੇ ਜਾ ਕੇ ਬਹਿੰਦੇ ਨੇ। ਤੇ ਜਦੋਂ ਕੋਈ ਬਾਣੀ ਸੁਣਦਾ ਹੈ ਨਾ, ਗੁਰ ਕੀ ਬਾਣੀ ਸੱਚ ਬੈਰਾਗ, ਗੁਰੂ ਕੀ ਸ਼ਬਦ ਸੁਣਦਿਆਂ ਸੁਣਦਿਆਂ ਦੋ ਚੀਜ਼ਾਂ ਜ਼ਿੰਦਗੀ 'ਚ ਪੈਦਾ ਹੋਣੀਆਂ ਚਾਹੀਦੀਆਂ। ਵੈਰਾਗ, ਤਿਆਗ, ਸੰਸਾਰ ਦਾ ਮੋਹ ਮੁਕਣਾ ਚਾਹੀਦਾ। ਹੋ ਨਹੀਂ ਰਿਹਾ। ਇਹ ਜਦੋਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਲਹਿਣੇ ਦੇ ਰੂਪ ਵਿੱਚ ਨੇ ਕਰਤਾ ਆਪਣੇ ਖਡੂਰ ਸਾਹਿਬ ਦੀ ਧਰਤੀ ਤੇ ਬਾਣੀ ਸੁਣਦੇ ਨੇ ਭਾਈ ਜੋਧ ਦੇ ਕੋਲੋਂ। ਤੇ ਇਹਨਾਂ ਦੇ ਅੰਦਰ ਫਿਰ ਵਿਰਾਗ ਪੈਦਾ ਹੁੰਦਾ ਹੈ, ਕਿਉਂਕਿ ਮਹਾਰਾਜ ਨੇ ਇੱਕ ਨੇਮ ਦਿੱਤਾ ਸਿੱਖ ਕੌਮ ਨੂੰ। ਉਹ ਨੇਮ ਹੈ ਵੀ ਸਵੇਰੇ ਔਰ ਸ਼ਾਮੀ ਸਿੱਖ ਨੇ ਧਰਮਸ਼ਾਲਾ ਵਿੱਚ ਬਹਿਣਾ, ਬਸ ਕੁਛ ਨਹੀਂ ਕਰਨਾ, ਬਹਿਣਾ। ਜੈਸੇ ਬੋਧ ਧਰਮ ਹੈ ਤੇ ਮਹਾਤਮਾ ਬੁੱਧ ਦਾ ਜਨਮ ਕੱਲ੍ਹ ਜੇ ਦਿਹਾੜਾ ਲੋਕੀ ਮਨਾ ਕੇ ਹਟੇ। ਉਹਨਾਂ ਨੇ 3 ਅਸੂਲ ਆਪਣੇ ਦਿੱਤੇ ਨੇ ਉਹ ਸੰਗਤਾਂ ਨੂੰ, ਜਿਹੜੇ ਬੋਧ ਧਰਮ ਨੂੰ ਮੰਨਣ ਵਾਲੇ ਨੇ। ਬੁੱਧਮ ਸ਼ਮੰ ਗਾਸ਼ਾਮੀ, ਸੱਚੰ ਸ਼ਰਮੰ ਗਾਸ਼ਾਮੀ ਤੇ ਸੰਗ ਸ਼ਾਮੀ। ਕਹਿੰਦੇ ਜੇ ਤੁਸੀਂ ਰੱਬ ਨੂੰ ਉਹ ਸੰਗਤ ਵਿੱਚ ਜਾਓ, ਗੁਰੂ ਦੀ ਸ਼ਰਨ ਆਓ, ਤੇ ਫਿਰ ਤੁਹਾਨੂੰ ਰੱਬ ਦੀ ਪ੍ਰਾਪਤੀ ਹੋਣੀ ਹੈ। ਤੇ ਮਹਾਰਾਜ ਨੇ ਬਾਣੀ 'ਚ ਕਿਹਾ ਨਾ ਬਚਨ ਕਿ ਮੁਕਤ ਪਏ ਕਰ ਸਾਧ ਸੰਗਤ। ਜਿਹੜੇ ਗੁਰੂ ਕੀ ਸੰਗਤ ਵਿੱਚ ਬਹਿੰਦੇ ਨੇ ਉਹ ਮੁਕਤ ਹੋ ਜਾਂਦੇ ਨੇ। 5 ਵਿਕਾਰਾਂ ਕਾਮ, ਕ੍ਰੋਧ, ਮੋਹ, ਹੰਕਾਰ, ਈਰਖਾ ਤੋਂ ਮੁਕਤ ਹੋ ਜਾਂਦੇ ਨੇ। ਮੁਕਤ ਪਏ ਕਰ ਸਾਧ ਸੰਗਤ, ਤਿਨ ਕੇ ਅਵਗਣ ਸਭ ਪਰ ਹਰਿਆ।
ਉਹ ਫਿਰ ਜਦੋਂ ਕੋਈ ਸੰਗਤ ਵਿੱਚ ਬਹਿੰਦਾ ਉਹਦੇ ਸਾਰੇ ਗੁਨਾਹ ਖਤਮ ਹੋ ਜਾਂਦੇ ਨੇ। ਤਿੰਨ ਕੇ ਅਵਗੁਣ ਸਭ ਪਰ ਹਰਿਆ। ਤੇ ਇੱਕ ਵੱਡੀ ਬਾਤ ਜਿਹੜੀ ਸੰਗਤ ਵਿੱਚ ਬੈਠਿਆ ਹੁੰਦੀ ਆ ਨਾ, ਜਿਹੜਾ ਅਸੀਂ ਉਹ ਰੋਜ਼ ਪਾਠ ਕਰਦੇ ਰਹਿ ਸਾਹਿਬ ਦਾ, ਮੇਰੇ ਮਾਧੋ ਜੀ ਸਤ ਸੰਗਤ ਮੇਲੇ ਸੋ ਤਰਿਆ। ਤੇ ਮਾਰ ਕਹਿੰਦੇ ਮੁਕਤ ਪਏ ਕਰ ਸਾਰ ਸੰਗਤ, ਤਿੰਨ ਕੇ ਅਵਗੁਣ ਸਭ ਪਰ ਹਰਿਆ। ਤੇ ਵੱਡੀ ਬਾਤ ਆ ਵੀ ਤਿੰਨ ਕੋ ਦੇਖ ਪਏ ਕਿਰਪਾਲਾ। ਉੱਥੇ ਬੈਠਿਆ ਜਿਹੜਾ ਜਦੋਂ ਬੰਦਾ ਬਹਿੰਦਾ ਨਾ, ਮਹਾਰਾਜ ਕਹਿੰਦੇ ਉਹ ਫਿਰ ਰੱਬ ਦੇ ਧਿਆਨ ਵਿੱਚ ਆ ਜਾਂਦਾ। ਤਿੰਨ ਕੋ ਦੇਖ ਪਏ ਕਿਰਪਾਲਾ, ਰੱਬ ਨੂੰ ਦੇਖਦਾ ਹੈ ਜਿਹੜਾ ਸੰਗਤ ਵਿੱਚ ਬਹਿੰਦਾ। ਤੇ ਤਿੰਨ ਪੋ ਸਾਗਰ ਤਰਿਆ। ਤੇ ਆ ਜਿਹੜਾ ਕਿਸੇ ਕੋ ਤਰਿਆ ਨਹੀਂ ਜਾਂਦਾ ਸੰਸਾਰ ਸਾਗਰ, ਉਹ ਫਿਰ ਤਰ ਜਾਂਦਾ ਜਿਹੜਾ ਗੁਰੂ ਕੀ ਸੰਗਤ ਵਿੱਚ ਆਉਂਦਾ। ਇਹ ਸ਼੍ਰੀ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਜੋ ਕਹਿੰਦੇ ਨੇ, ਫਿਰ ਗੁਰੂ ਕੀ ਬਾਣੀ ਸੁਣਦੇ ਨੇ ਤੇ ਫਿਰ ਇਹਨਾਂ ਨੂੰ ਵੈਰਾਗ ਲੱਗ ਜਾਂਦਾ ਹੈ। ਕਿਉਂਕਿ ਜਦੋਂ ਕੋਈ ਸੰਗਤ ਵਿੱਚ ਬਹਿਣਾ ਕਿਸੇ ਨੇ, ਫਿਰ ਇਹਨਾਂ ਨੂੰ ਅੰਦਰੋਂ ਰਸ ਮਿਲਣਾ ਹੈ, ਇਹਦਾ ਅੰਦਰ ਟਿਕਣਾ, ਇਹਨੂੰ ਸ਼ਾਂਤੀ ਮਿਲ ਜਾਣੀ ਆ। ਤੇ ਫਿਰ ਅੰਦਰੋਂ ਰਸ ਮਿਲ ਜੇ ਨਾ ਭਾਈ, ਫਿਰ ਉਹ ਸੰਸਾਰ ਨਾਲੋਂ ਟੁੱਟ ਜਾਂਦੇ ਨੇ। ਉਹਨਾਂ ਦਾ ਮੋਹ ਮਮਤਾ ਖਤਮ ਹੋ ਜਾਂਦੀ ਹੈ। ਸਾਡੀ ਕੌਮ 'ਚ ਬੜੇ ਬੜੇ ਮਹਾਂਪੁਰਖ ਵਿਦਵਾਨ ਹੋਏ। ਸਾਡੀ ਕੌਮ 'ਚ ਇੱਕ ਮਹਾਂਪੁਰਖ ਹੋਏ ਨੇ ਅਕਾਲੀ ਕੌਰ ਸਿੰਘ ਜੀ। ਜਵਾਨੀ ਵਿੱਚ ਹੀ ਉਹਨਾਂ ਨੂੰ ਸੰਗਤ 'ਚ ਬੈਠਿਆ ਨਾਮ ਦਾ ਨਸ਼ਾ ਲੱਗ ਗਿਆ। ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਵੀ ਚਾਕਰ ਸੌਫੀ ਅਮਲੀਆਂ ਪਾਤਸ਼ਾਹ ਦੀ ਚੌਂਕੀ ਆਏ। ਗੁਰੂ ਕੇ ਦਰ ਉਤੇ ਤਿੰਨ ਤਰ੍ਹਾਂ ਦੇ ਬੰਦੇ ਆਉਂਦੇ ਨੇ, ਅਮਲੀ, ਚਾਕਰ, ਅਮਲੀ, ਸੋਫੀਆਂ। ਚਾਕਰ ਮੈਨੇ ਗੁਰੂ ਕੇ ਦਰ ਤੇ ਸੇਵਾ ਕਰਨ ਆਉਂਦੇ ਨੇ ਕੋਈ ਸਿੱਖ, ਤੇ ਕੋਈ ਅਮਲੀ ਆਉਂਦੇ ਨੇ ਨਾਮ ਦਾ ਨਸ਼ਾ ਪੀਣ ਵਾਸਤੇ, ਤੇ ਸੋਫੀਆਂ ਕਈ ਉੱਦਾਂ ਹੀ ਗੇੜਾ ਮਾਰਨੀ ਆਉਂਦੇ ਨੇ। ਇਹ ਫਿਰ ਜਦੋਂ ਕੋਈ ਸੰਗਤ ਵਿੱਚ ਬਹਿੰਦਾ ਤੇ ਨਾਮ ਦਾ ਫਿਰ ਨੂੰ ਰਸ ਮਿਲਦਾ ਹੈ ਨਾ, ਜਦੋਂ ਇਹ ਫਿਰ ਸੰਸਾਰ ਤੋਂ ਬੰਦਾ ਉਪਰਾਮ ਹੋ ਜਾਂਦਾ ਹੈ। ਕਿਉਂਕਿ ਕਬੀਰ ਨੇ ਕਿਹਾ ਨਾ ਕਿ ਇਹ ਰਸ ਛੋੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਉਹ ਅੰਦਰੋਂ ਕੋਈ ਨਾਮ ਰਸ ਮਿਲ ਜਾਂਦਾ ਹੈ ਨਾ, ਤੇ ਫਿਰ ਦੁਨੀਆ ਦੇ ਰਸ ਫਿਰ ਚੰਗੇ ਨਹੀਂ ਲੱਗਦੇ। ਬਾਬੇ ਫਰੀਦ ਵਾਂਗੂ, ਜਿੱਦਾਂ ਫਰੀਦਾ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਉਹ ਜਵਾਨੀ ਵਿੱਚ ਅਕਾਲੀ ਕੌਰ ਸਿੰਘ ਜੀ ਹੋਣਾ ਨੂੰ ਇਹ ਨਾਮ ਦਾ ਨਸ਼ਾ ਲੱਗ ਗਿਆ। ਇਹਦੀਆਂ ਵੀ ਅਵਸਥਾ ਨੇ ਭਾਈ। ਜੇ ਤੇ ਬੰਦੇ ਨੂੰ ਥੋੜਾ ਥੋੜਾ ਲੱਗਾ ਰਵੇ, ਬਹੁਤਾ ਨਾ ਨਸ਼ਾ, ਫੇਰ ਤੇ ਸੰਸਾਰ ਨਾਲ ਜੁੜਿਆ ਰਹੂਗਾ। ਤੇ ਜੇ ਨੇ ਭਰ ਕੇ ਪਿਆਲਾ ਗੁਰੂ ਨੇ ਪਿਆਉਣਾ, ਤੇ ਗੁਰੂ ਨੇ ਆਏ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈਂਦੇ। ਪਿਆਲਾ ਤਾਂ ਗੁਰੂ ਦਾ ਹੀ ਆ, ਤੇ ਗੁਰੂ ਨੇ ਪਿਆਉਣਾ ਏ। ਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਦੇਣ, ਜੇ ਭਰ ਕੇ ਪਿਆਲਾ ਪਿਆ ਦੇਣਾ ਨਾਮ ਦਾ, ਤੇ ਫਿਰ ਬੰਦਾ ਫਿਰ ਸੰਸਾਰ ਜੋਗਾ ਨਹੀਂ ਰਹਿੰਦਾ। ਉਹ ਅਕਾਲੀ ਕੌਰ ਸਿੰਘ ਜੀ ਮਹਾਂਪੁਰਖ ਸਾਡੀ ਕੌਮ ਦੇ ਹੋਏ, ਤੇ ਉਹਨਾਂ ਨੂੰ ਇਹ ਨਾਮ ਦਾ ਜਿਹੜਾ ਸੀ ਨਸ਼ਾ ਲੱਗ ਗਿਆ ਜਵਾਨੀ ਵਿੱਚ। ਵਡੇਪੇ ਵਿੱਚ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ, ਜੇ ਪਹਿਲੋਂ ਲੱਗ ਜੇ ਨਾ, ਤੇ ਫਿਰ ਤਾਂ ਵਡੇਪਾ ਬੜਾ ਸੁਖਾਲਾ ਲੰਘ ਜਾਂਦਾ ਹੈ। ਤੇ ਬੁੱਢੇ ਵਾਰੇ ਤੇ ਫਿਰ ਬੰਦਾ ਖਤਮ ਹੋ ਚੁੱਕਾ ਹੁੰਦਾ ਸਰੀਰ। ਇਹ ਸਰੀਰ ਜਰਜਰੀ, ਇਸ ਨੂੰ ਜਰ ਪਹੁੰਚੇ ਆਏ। ਬਾਬੇ ਫਰੀਦ ਨੇ ਕਿਹਾ, ਫਰੀਦਾ ਕਾਲੀ ਜਨੀ ਨਾ ਰਾਵਿਆ ਧੌਲੀ ਰਾਵੇ ਕੋਏ, ਕਰ ਪਿਰ ਕਰ ਸਾਈ ਸੋ ਪਿਰ ਹਰੀ ਰੰਗ ਨਵੇਲਾ ਹੋਏ। ਇਹਨਾਂ ਨੂੰ ਜਦੋਂ ਨਾਮ ਰਸਾ ਲੱਗ ਗਿਆ, ਤੇ ਘਰਦਿਆਂ ਨੇ ਇਹਨਾਂ ਨੂੰ ਗ੍ਰਸਥ ਪਰਿਵਾਰ ਵਿੱਚ ਪਾਉਣ ਦੇ ਬਾਰੇ ਸੋਚਿਆ। ਇਹਨਾਂ ਨੇ ਨਾ ਨੁਕਰ ਕੀਤੀ, ਪਰ ਜ਼ਬਰਦਸਤੀ ਇਹਨਾਂ ਨੂੰ ਨਾ ਗ੍ਰਸਥ ਦੇ ਵਿੱਚ ਪ੍ਰਵੇਸ਼ ਕਰਾਤਾ। ਤੇ ਜਿੱਦਣੇ ਵਿਆਹ ਲੈ ਕਰਕੇ ਡੋਲੀ ਘਰ ਲੈ ਕੇ ਆਇਆ ਅਕਾਲੀ ਕੌਰ ਸਿੰਘ ਜੀ। ਸਾਡੀ ਕੌਮ ਦੇ ਬੜੇ ਬੜੇ ਅਸ਼ੋਪ ਨਾਮ ਪਏ ਨੇ, ਜਿਨ੍ਹਾਂ ਦੇ ਬਾਰੇ ਅਸੀਂ ਕੁਝ ਜਾਣਦੇ ਹੀ ਨਹੀਂ ਆਏ, ਜਿਨ੍ਹਾਂ ਦੀਆਂ ਬੜੀਆਂ ਬੜੀਆਂ ਘਾਲਣਾ ਰਹੀਆਂ, ਜਿਨ੍ਹਾਂ ਨੇ ਆਪਾ ਸਮਰਪਿਤ ਕੀਤਾ ਗੁਰੂ ਤੋਂ। ਹਜ਼ਾਰਾਂ ਗੁਰਸਿੱਖ ਨੇ।
ਇਹ ਫਿਰ ਜਦੋਂ ਇਹਨਾਂ ਦੀ ਸ਼ਾਦੀ ਹੋ ਗਈ, ਡੋਲੀ ਘਰ ਲੈ ਕੇ ਆਏ ਤੇ ਰੱਬ ਦੇ ਜਿਹੜੇ ਆਸ਼ਿਕ ਹੁੰਦੇ ਆ ਦੁਨੀਆ ਨਾਲ, ਉਹ ਉਹਨਾਂ ਦੀ ਮੇਲ ਨਹੀਂ ਖਾਂਦਾ। ਇਹ ਫਿਰ ਰਾਤ ਨੂੰ ਅਕਾਲੀ ਕੌਰ ਸਿੰਘ ਜੀ ਘਰੋਂ ਨਿਕਲ ਗਏ ਉਸੇ ਦਿਨ ਜਿੱਦਣ ਡੋਲੀ ਘਰ ਲੈ ਕੇ ਆਏ, ਤੇ ਲਾਗੇ ਇਹਨਾਂ ਦੇ ਕੋਈ ਦੂਰ ਦਰਿਆ ਵਗਦਾ, ਉੱਥੇ ਚਲ ਗਏ। ਉੱਥੇ ਆਪਣੇ ਵਧੀਆ ਕੱਪੜੇ ਜਿਹੜੇ ਵਿਆਹ ਵਾਲੇ ਲਾ ਕੇ ਰੱਖ ਦਿੱਤੇ ਤੇ ਆਮ ਸਾਦੇ ਕੱਪੜੇ ਪਾ ਕੇ ਤੇ ਉੱਤੇ ਪਰਚੀ ਲਿਖ ਕੇ ਰੱਖਤੀ ਵੀ ਮੈਂ ਜਿੱਥੇ ਚੱਲਿਆ ਹੁਣ ਮੁੜ ਕੇ ਨਹੀਂ ਆਉਣਾ ਤੇ ਮੇਰੀ ਭਾਲ ਨਾ ਕਰੋ। ਇਹ ਹੁੰਦਾ ਰੱਬੀ ਆਸ਼ਿਕਾਂ ਦੀ। ਜਬ ਤਪ ਬਰਤ ਕੀਨੇ ਪੇਖਣ ਕੋ ਚਰਨਾ ਰਾਮ। ਜਦੋਂ ਇਹ ਆਨੰਦ ਲੱਗ ਜਾਂਦਾ ਨਾ, ਰਸ ਆ ਜਾਂਦਾ, ਫਿਰ ਬੜਾ ਕੁਝ ਕਰਨਾ ਪੈਂਦਾ ਉਹਨਾਂ ਨੂੰ। ਇਹ ਤੇ ਆਨੰਦ ਦੇ ਸ਼ੁਰੂਆਤ ਹੀ ਆ। ਅਜੇ ਤੇ ਘਾਲਣੀ ਪੈਣੀ। ਜਿਹਨੇ ਕਹਿੰਦੇ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਏ, ਰੇਤ ਅਕ ਹਾਰ ਕਰ ਰੋੜਾਂ ਕੀ ਗੁਰ ਕਰੀ ਵਸਾਈ। ਉਹ ਫਿਰ ਅਕਾਲੀ ਕੌਰ ਸਿੰਘ ਜੀ ਉੱਥੋਂ ਤੁਰ ਜਾਂਦੇ ਨੇ, ਕਿਤੇ ਡੇਰੇ ਚਲ ਜਾਂਦੇ ਨਿਰਮਲਿਆਂ ਸਾਧਾਂ ਦੇ। ਮੁੜ ਕੇ ਉਹ ਜਦੋਂ ਜਵਾਨੀ ਢਲ ਗਈ, ਫੇਰ ਪਿੰਡ ਆਏ। ਘਰਦਿਆਂ ਨੇ ਸਮਝਿਆ ਵੀ ਕੱਪੜੇ ਲਾ ਕੇ ਹੋ ਸਕਦਾ ਦਰਿਆ ਵਿੱਚ ਛਾਲ ਮਾਰ ਕੇ ਤੇ ਕਿਤੇ ਰੁੜ ਗਏ ਹੋਣ। ਤੇ ਉਹ ਫਿਰ ਜਦੋਂ ਜਵਾਨੀ ਢਲ ਗਈ, ਫਿਰ ਵਾਪਸ ਆਈ ਹੁੰਦੀ ਆਸ਼ਕੀਆਂ, ਰੱਬੀ ਆਸ਼ਕਾਂ ਦੀ। ਉਹ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਦੇ ਸਿੱਖ ਦੇ ਰੂਪ 'ਚ ਨੇ। ਭਾਈ ਲਹਿਣੇ ਕੋਲ ਇਹਨਾਂ ਨੂੰ ਨਾਮ ਦਾ ਜਿਹੜਾ ਸੀ ਉਹ ਆਨੰਦ ਆਇਆ ਜਪਣ ਬਾਣੀ ਸੁਣਨ ਦਾ। ਇਹ ਫਿਰ ਉੱਥੋਂ ਹੁਣ ਚੱਲ ਪੈਂਦੇ ਨੇ ਖਡੂਰ ਸਾਹਿਬ ਦੀ ਧਰਤੀ ਤੋਂ ਘਾਲਣ ਵਾਸਤੇ ਕਰਤਾਰਪੁਰ ਸਾਹਿਬ ਨੂੰ। ਕਿਉਂਕਿ ਭਾਈ ਜਦੋਂ ਇਹ ਘਾਲਣਾ ਜਿਹੜੀਆਂ ਘਰ ਬੈਠਿਆਂ ਨਹੀਂ ਘਾਲੀਆਂ ਕਰ ਜਾਂਦੀਆਂ। ਮਹਾਰਾਜ ਬਚਨ ਆਉਂਦਾ ਕਿ ਪਾਣੀ ਦਾ, ਸਭ ਜਾਏ ਮੇਲੋ ਸਤਿਗੁਰ ਕੋ ਮੇਰੀ ਜਿੰਦੜੀ ਐ। ਸਭ ਜਾਏ ਮੇਲੋ ਸਤਿਗੁਰ ਕੋ ਮੇਰੀ ਜਿੰਦੜੀ ਐ। ਜਦੋਂ ਇਹ ਨਸ਼ਾ ਲੱਗ ਜਾਂਦਾ ਨਾ, ਆਨੰਦ ਆ ਜਾਂਦਾ ਫਿਰ ਅੰਦਰ ਦਾ, ਫਿਰ ਉਹ ਕਹਿੰਦੇ ਨੇ ਉੱਚੀ ਪੁਕਾਰ ਕੇ ਕਹਿੰਦੇ ਨੇ ਜਾਓ ਆਓ ਗੁਰੂ ਕੋ ਮਿਲ ਗਏ। ਕਿਉਂ? ਗੁਰੂ ਕੋ ਮਿਲ ਕੇ ਕਰਨਾ ਕੀ ਆ? ਸਭ ਜਾਏ ਮੇਲੋ ਸਤਿਗੁਰ ਕੋ ਮੇਰੀ ਜਿੰਦੜੀ ਐ। ਜੋ ਹਰ ਹਰ ਨਾਮ ਦੜਾਵੇ ਰਾਮ। ਜੋ ਹਰ ਹਰ ਨਾਮ ਦੜਾਵੇ ਰਾਮ। ਗੁਰੂ ਨੇ ਫਿਰ ਜਦੋਂ ਕੋਈ ਗੁਰੂ ਦੀ ਸ਼ਰਨ ਧੱਸਦਾ, ਫਿਰ ਉਹਦੇ ਹਿਰਦੇ 'ਚ ਰੱਬ ਦਾ ਨਾਮ ਪੱਕਾ ਕਰ ਦਿੰਦਾ। ਤੇ ਇਹ ਫਿਰ ਹੁਣ ਗੁਰੂ ਨਾਨਕ ਅੰਗਦ ਦੇ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਆ ਜਾਂਦੇ ਨੇ। ਤੇ ਇੱਥੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦਾ ਟੱਬਰ ਵੱਖਰਾ ਰਹਿ ਰਿਹਾ, ਪਰਿਵਾਰ ਤੇ ਧਰਮਸ਼ਾਲਾ ਇੱਕ ਵੱਖਰੀ ਆ। ਕਿਉਂਕਿ ਉਹਨਾਂ ਦੇ ਜਿਹੜਾ ਪਿੰਡ ਆ ਉਹਨਾਂ ਦਾ, ਜਿੱਥੇ ਉਹਨਾਂ ਦਾ ਧਰਮ ਪਤਨੀ ਤੇ ਬੱਚੇ ਰਹਿ ਰਹੇ ਨੇ, ਉਹ ਪੱਖੋ ਕੇ ਆ। ਤੇ ਇਹ ਜਿਹੜਾ ਕਰਤਾਰਪੁਰ ਸਾਹਿਬ ਹੈ ਪੱਖੋ ਕੋ ਤੋਂ ਕੋਈ 5-6 ਕਿਲੋਮੀਟਰ ਹਟਵਾ ਵਾ। ਉਹ ਜਿਹੜਾ ਉਹ ਕਰਤਾਰਪੁਰ ਰਾਵੀ ਦੇ ਪਰਲੇ ਪਾਸੇ ਆ, ਪਾਕਿਸਤਾਨ ਵਾਲੇ ਪਾਸੇ। ਤੇ ਜਿਹੜਾ ਪਿੰਡ ਵਾ ਉਹ ਉਰਲੇ ਪਾਸੇ ਭਾਰਤ ਵਾਲੇ ਪਾਸੇ 6 ਕਿਲੋਮੀਟਰ ਹਟਵਾ ਵਾ। ਇਹ ਫਿਰ ਉੱਥੇ ਜਾਂਦੇ ਨੇ ਹੁਣ ਸੱਚੇ ਪਾਤਸ਼ਾਹ, ਤੇ ਫਿਰ ਦਿਨੇ ਰਾਤ ਘਾਲਣਾ ਘਾਲਦੇ ਨੇ। ਤੇ ਘਾਲਣਾ ਕੀ ਸੀ? ਗੁਰੂ ਕਾ ਇਸ਼ਨਾਨ ਕਰਾਉਣਾ, ਬਸਤਰ ਧੋਣੇ ਲਹਿਣਾ ਜੀ ਨੇ। ਤੇ ਆਈ ਗਈ ਸੰਗਤ ਵਾਸਤੇ ਜਲ ਪਾਣੀ ਤਿਆਰ ਕਰਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੱਖਾ ਫੇਰਨਾ। ਇਹ ਪੁਰਾਣੀਆਂ, ਮੈਂ ਉਧਰ ਵੀ ਕਿਹਾ ਸੀ, ਪੁਰਾਣੇ ਗੁਰਸਿੱਖ ਇੱਦਾਂ ਦੀਆਂ ਘਾਲਣਾ ਘਾਲਦੇ ਸੀ। ਹੁਣ ਅਸੀਂ ਨਹੀਂ ਘਾਲਦੇ। ਇੱਕ ਬਾਣੀ ਦਾ ਬਚਨ ਆਉਂਦਾ ਮਹਾਰਾਜ ਦਾ, ਹਉ ਬੰਦੀ ਪਿਰ ਖਿਜਮਤਦਾਰ, ਮੈਂ ਉਹਦਾ ਖਿਜਮਤਦਾਰ ਵਾਂ ਰੱਬ ਦਾ, ਮੈਂ ਸੇਵਕ ਹਾਂ। ਜਿਹਨੂੰ ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਹਉ ਬੰਦੀ ਪਿਰ ਖਿਜਮਤਦਾਰ। ਤੇ ਕੀ ਕਰਨਾ ਫਿਰ ਸੇਵਾਦਾਰ ਨੇ? ਲੈ ਪੱਖਾਂ ਫਿਰ ਚੱਲੋਂ ਪਾਏ, ਲੈ ਪੱਖਾਂ ਫਿਰ ਚੱਲੋਂ ਪਾਏ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਮੈਂ ਉਹਦਾ ਚਾਕਰ ਵਾਂ, ਸੇਵਕ ਹਾਂ, ਤੇ ਮੈਂ ਉਹਨੂੰ ਪੱਖਾ ਚੱਲਾਂ। ਜਿਹੜਾ ਸ਼੍ਰੀ ਲਹਿਣਾ ਜੀ ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਨੂੰ ਚੱਲਦੇ ਰਹੇ ਨੇ। ਕਿਉਂਕਿ ਚਾਕਰਾਂ ਦਾ ਕੰਮ ਹੀ ਇਹੋ ਵਾ। ਉਹ ਮੈਨੂੰ ਇੱਕ ਬਚਨ ਯਾਦ ਆ ਗਿਆ, ਸੱਚੇ ਪਾਤਸ਼ਾਹ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਬੰਦਾ ਸਿੰਘ ਬਹਾਦਰ ਨੂੰ ਤੋਰਨ ਲੱਗੇ ਨਾ ਪੰਜਾਬ ਨੂੰ, ਤੇ ਇੱਕ ਬਚਨ ਕੀਤਾ ਮਹਾਰਾਜ ਨੇ ਬੰਦਾ ਸਿੰਘ ਜੀ ਨਾਲ। ਕਹਿਣ ਲੱਗੇ, ਬੰਦਾ ਜੀ, ਰਤਨ ਸਿੰਘ ਭੱਗੂ ਜੀ ਨੇ ਪ੍ਰਾਤਨ ਗ੍ਰੰਥਾਂ 'ਚੋਂ ਬਚਨ ਮਿਲਦਾ, ਕਹਿਣ ਲੱਗੇ ਬੰਦਾ ਸਿੰਘ ਜੀ, ਮੈਂ ਤੁਹਾਨੂੰ ਆਪਣੇ ਪੰਥ ਦੀ ਸੇਵਾ ਦਿੱਤੀ ਹੋਈ ਆ। ਬੰਦੇ ਕੋ ਖਿਜਮਤ ਦਈ, ਬੰਦਾ ਸਿੰਘ ਜੀ, ਮੈਂ ਇਹ ਜਿਹੜਾ ਪੰਥ ਸਾਜਿਆ ਨਾ, ਮੈਂ ਇਹਦੀ ਖਿਜਮਤ ਤੈਨੂੰ ਦਿੱਤੀ ਆ, ਸੇਵਾ ਦਿੱਤੀ ਓ। ਦਈ ਪਾਤਸ਼ਾਹੀ ਨਾਏ, ਤੈਨੂੰ ਪਾਤਸ਼ਾਹੀ ਨਹੀਂ ਬਖਸ਼ੀ, ਮੈਂ ਤੈਨੂੰ ਆਪਣੇ ਪੰਥ ਦੀ ਸੇਵਾ ਬਖਸ਼ੀ ਆ। ਜਿੱਦਾਂ ਹੁਣ ਕਹਿੰਦੇ ਨਾ, ਨਾਨਕ ਰਾਜ ਚਲਾਇਆ ਸਤਕੋਟ ਸਤਾਣੀ ਨੀਮਦੈ। ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਸੀ, ਉਹਦੇ ਦੂਸਰੇ ਬਾਦਸ਼ਾਹ ਗੁਰੂ ਅੰਗਦ ਸਾਹਿਬ ਜੀ ਹੋਏ ਨੇ ਪਾਤਸ਼ਾਹ। ਤੇ ਗਾਂ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਪਾਤਸ਼ਾਹੀ ਕਿਹਨੂੰ ਦਿੱਤੀ ਹੋਈ ਹੈ? ਕਿਉਂਕਿ ਜੇ ਪਰਜਾ ਵਾ ਤੇ ਪਰਜਾ ਦਾ ਕੋਈ ਬਾਦਸ਼ਾਹ ਵੀ ਹੁੰਦਾ, ਰਾਜਾ ਵੀ ਹੁੰਦਾ। ਜੇ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਰਾਜ ਚਲਾਇਆ ਵਾ, ਤੇ ਉਸ ਰਾਜ ਦਾ ਬਾਦਸ਼ਾਹ ਕੌਣ ਵਾ? ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਬੰਦੇ ਕੋ ਖਿਜਮਤ ਦਈ ਪਾਤਸ਼ਾਹੀ ਨਾਏ। ਬੰਦਾ ਸਿੰਘ ਜੀ, ਮੈਂ ਤੁਹਾਨੂੰ ਆਪਣੇ ਪੰਥ ਦੀ ਸੇਵਾ ਦਿੱਤੀ ਹੋਈ ਆ, ਤੁਹਾਨੂੰ ਪਾਤਸ਼ਾਹੀ ਨਹੀਂ ਦਿੱਤੀ ਹੋਈ। ਇਹ ਨਾ ਕੱਲ ਨੂੰ ਤੂੰ ਗੁਰੂ ਬਣ ਕੇ ਬਹਿ ਜੀ ਕਿ ਮੈਂ ਪਾਤਸ਼ਾਹ, ਮੈਂ 11ਵਾਂ ਗੁਰੂ, ਇਸ ਤਰ੍ਹਾਂ ਨਹੀਂ ਹੋਣਾ। ਤੇ ਪਾਤਸ਼ਾਹੀ ਕਿਹਨੂੰ ਦਿੱਤੀ ਆ? ਬੰਦੇ ਕੋ ਖਿਜਮਤ ਦਈ ਪਾਤਸ਼ਾਹੀ ਨਾਏ। ਦਈ ਪਾਤਸ਼ਾਹੀ ਨਿਜ ਪੰਥ ਕੋ ਆਪ ਸੱਚੇ ਪਾਤਸ਼ਾਹੇ। ਕਹਿ ਲੱਗੇ, ਮੈਂ ਤੇ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਨੂੰ ਇਹ ਪਾਤਸ਼ਾਹੀ ਦੇ ਦਿੱਤੀ ਆ। ਮੇਰੇ ਰਾਜ ਦੇ 5 ਪਿਆਰੇ ਮੇਰੇ ਰਾਜ ਦੇ ਪਾਤਸ਼ਾਹ ਨੇ। ਦਈ ਪਾਤਸ਼ਾਹੀ ਨੇ ਮੈਂ ਪੰਜਾਂ ਪਿਆਰਿਆਂ ਨੂੰ, ਜਿਸ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਨੂੰ ਮੱਥਾ ਟੇਕ ਕੇ ਆਖਿਆ ਹੈ ਵੀ ਤੂੰ ਪੁਰਖਾ ਅਗਲਾ ਮੇਰਾ ਬਾਦਸ਼ਾਹ ਮੇਰੇ ਰਾਜ ਦਾ, ਉਸੇ ਤਰ੍ਹਾਂ ਜਦੋਂ ਮੈਂ ਆਨੰਦਪੁਰ ਸਾਹਿਬ ਖਾਲਸਾ ਸਾਜਿਆ ਤੇ ਮੈਂ ਆਪਣੇ ਉਸ ਉਮਤ ਦਾ ਬਾਦਸ਼ਾਹ, ਪੰਜਾਂ ਪਿਆਰਿਆਂ ਨੂੰ ਬਾਦਸ਼ਾਹੀ ਬਖਸ਼ੀ ਹੋਈ ਆ। ਇਹ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਰ ਤੇ ਸ਼੍ਰੀ ਲਹਿਣਾ ਜੀ ਘਾਲਣਾ ਘਾਲਦੇ ਨੇ, ਤੇ ਦਿਨੇ ਰਾਤ ਸੇਵਾ 'ਚ ਲੱਗੇ ਰਹਿੰਦੇ ਨੇ। ਕਦੀ ਆਟਾ ਪੀਣਾ, ਕਦੀ ਲੰਗਰ ਪਕਾਉਣਾ, ਕਿਉਂਕਿ ਧਰਮਸ਼ਾਲਾ ਦੀ ਸਾਰੀ ਜ਼ਿੰਮੇਵਾਰੀ ਸ਼੍ਰੀ ਲਹਿਣਾ ਜੀ ਨੂੰ ਬਖਸ਼ੀ ਹੋਈ ਸੀ। ਤੇ ਫਿਰ ਇੱਕ ਸਭ ਜਾਏ ਮਿਲੋ ਸਤਿਗੁਰ ਕੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਧਿਆਵੇ ਰਾਮ। ਪਤਾ ਫਿਰ ਜਦੋਂ ਗੁਰੂ ਦੇ ਕੋਈ ਚਰਨੀ ਢੱਠਦਾ ਨਾ, ਗੁਰੂ ਦਾ ਹੋ ਜਾਂਦਾ, ਫਿਰ ਕੀ ਹੁੰਦਾ ਹੈ? ਮਹਾਰਾਜ ਨੇ ਇੱਕ ਬਚਨ ਕੀਤਾ ਬਾਣੀ 'ਚ ਕਿ ਕਾਇਆ ਆਰਨ ਮਨ ਵਿੱਚ ਲੋਹਾ। ਫਿਰ ਗੁਰੂ ਕਰਦਾ ਕੀ ਆ? ਜੇ ਸਿੱਖ ਸੇਵਾ ਕਰਦਾ ਹੈ ਨਾ, ਤੇ ਸੇਵਾ ਹੁਣ ਕਿਸ ਵਾਸਤੇ ਕਰਨੀ ਹੈ? ਹੁਣ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਆਪਣੀ ਖੱਟੀ ਬੰਦ ਕਰਕੇ ਆਏ ਨੇ, ਛੋਟੇ ਛੋਟੇ ਬੱਚੇ ਛੱਡ ਕੇ ਆਏ ਨੇ, ਪਰਿਵਾਰ ਛੱਡ ਕੇ ਆਏ ਨੇ, ਕਾਰੋਬਾਰ ਬੰਦ ਕਰਕੇ ਆਏ ਨੇ। ਹੁਣ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਕੀ ਕਰਨ ਆਏ ਨੇ? ਐਵੇਂ ਤਾਂ ਕੋਈ ਕਿਸੇ ਦਾ ਹੁੰਦਾ ਨਹੀਂ ਭਾਈ, ਕੁਛ ਕਰਦਾ ਅਗਲਾ ਤੇ ਫੇਰ ਕੋਈ ਹੁੰਦਾ ਹੈ। ਉਹ ਫਿਰ ਬਚਨ ਮਾਰਦਾ ਆਉਂਦਾ ਵੀ ਕੀ ਜਦੋਂ ਸਿੱਖ ਕੋਈ ਭਾਵਨਾ ਦੇ ਨਾਲ ਗੁਰੂ ਦਰ ਤੇ ਆਉਂਦਾ, ਸੇਵਾ ਕਰਦਾ, ਫਿਰ ਗੁਰੂ ਕਰਦਾ ਕੀ ਆ? ਕਾਇਆ ਆਰਨ ਮਨ ਵਿੱਚ ਲੋਹਾ। ਆ ਜਿਹੜਾ ਸਾਡਾ ਸਰੀਰ ਵਾ ਨਾ ਭਾਈ, ਇਹਦੇ 'ਚ ਇੱਕ ਲੋਹੇ ਦਾ ਟੁਕੜਾ ਵਾ, ਉਹਨੂੰ ਮਨ ਕਹਿੰਦੇ ਨੇ, ਤੇ ਉਹ ਬੜਾ ਗਰਮ ਹੋ ਚੁੱਕਾ ਹੈ। ਉਹ ਜਿਹੜਾ ਟੁਕੜਾ ਹੈ ਨਾ ਲੋਹੇ ਦਾ, ਉਹ ਬੜਾ ਗਰਮ ਹੋ ਚੁੱਕਾ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੇ। ਇਹ ਸਾਡੇ ਮਨ ਨੂੰ ਕਦੀ ਕਾਮ ਤਪਾਉਂਦਾ ਹੈ, ਕਦੀ ਕ੍ਰੋਧ ਤਪਾਉਂਦਾ ਹੈ।
ਪੰਚ ਅਗਨ, ਇਹ 5 ਅਗਨੀਆਂ ਨੇ। ਇਹ ਮਨ ਸਾਡਾ ਤਪਦਾ ਫਿਰ ਇਹਨਾਂ ਚੀਜ਼ਾਂ ਦੇ ਨਾਲ, ਤੇ ਤਪਿਆ ਬੰਦਾ ਤੁਹਾਨੂੰ ਪਤਾ ਫਿਰ ਦੁਖੀ ਹੁੰਦਾ ਹੀ ਹੈ। ਮਰ ਕਹਿੰਦੇ ਕਾਇਆ ਐਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੇ, ਤੇ ਕੋਲੇ ਪਾਪ ਪਏ ਤਿਸ ਉਪਰ। ਜਿਹੜੇ ਸਾਡੇ ਪਾਪ ਗੁਨਾਹ ਵਾ ਨਾ ਭਾਈ, ਇਹ ਕੋਲਿਆਂ ਦਾ ਕੰਮ ਕਰਦੇ ਆ। ਤੇ ਮਨ ਜਲਿਆ, ਮਨ ਸਾਡੇ ਦੇ ਕੋਲ ਕੱਖ ਨਹੀਂ ਹੈ। ਕੋਈ ਮਾੜੀ ਜੀ ਗੱਲ ਕਹਿ ਦਿੰਦਾ ਸਾਨੂੰ ਕ੍ਰੋਧ ਆ ਜਾਂਦਾ, ਕੋਈ ਮਾੜਾ ਜਿਹਾ ਕੋਈ ਇੱਧਰ ਤੋਂ ਵਾਧਾ ਘਾਟਾ ਹੋ ਜਾਂਦਾ, ਇਹ ਦੁਖੀ ਹੋ ਜਾਂਦਾ। ਸਾਡਾ ਆਪਣਾ ਕੁਛ ਨਹੀਂ ਆ, ਦੁੱਖ ਸਾਨੂੰ ਕੋਈ ਦੇ ਜਾਂਦਾ। ਲੋ ਦੱਸੋ ਵੀ ਦੁੱਖ ਕੋਈ ਕਿਉਂ ਦੇ ਜਾਂਦਾ ਸਾਨੂੰ? ਕੋਈ ਇੱਕ ਗੱਲ ਕਹਿ ਜਾਂਦਾ ਤੇ ਅਸੀਂ ਦੁਖੀ ਹੋ ਜਾਂਦੇ। ਇਸ ਦਾ ਮਨ ਬਹੁਤ ਕਮਜ਼ੋਰ ਹੋ ਚੁੱਕਾ ਹੈ। ਜੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਧਨਾ ਸਾਧੀ ਜਪ ਤਪ ਕੀਤਾ, ਤੇ ਫਿਰ ਇਹ ਜਪ ਤਪ ਸਾਧਨਾ ਇਸ ਕਰਕੇ ਹੁੰਦੀਆਂ ਭਾਈ ਕਿ ਮਨ ਤਕੜਾ ਹੋ ਜੇ। ਬਹਾਦਰ ਸੱਚੇ ਪਾਤਸ਼ਾਹ ਦਾ ਜਦ ਮਨ ਬਲਵਾਨ ਹੋ ਗਿਆ ਨਾ, ਤੇ ਧੀਰ ਮਨ ਨੇ ਗੋਲੀਆਂ ਵੀ ਚਲਾਈਆਂ, ਪਰ ਆਖਿਆ ਨਾ ਭਲੇ ਧੀਰ ਮਲ ਭਲੇ, ਤੇਰਾ ਭਲਾ ਹੋਵੇ, ਭਲਾ ਹੋਵੇ। ਕਿਉਂ? ਮਨ ਇੰਨਾ ਤਕੜਾ ਹੋ ਚੁੱਕਾ ਹੈ, ਉਹ ਅਗਲੇ ਦੀ ਗੱਲ ਨੂੰ ਹੁਣ ਸਹਾਰਦਾ ਹੈ। ਤੇ ਜਦੋਂ ਚੀਜ਼ਾਂ ਕਮਜ਼ੋਰ ਹੋ ਜਾਣ ਨਾ ਭਾਈ, ਉਹਨੂੰ ਕੋਈ ਵੀ ਤੋੜ ਸਕਦਾ ਹੈ, ਤੇ ਜਦੋਂ ਤਕੜੀਆਂ ਉਹਨਾਂ ਨੂੰ ਤੋੜਨਾ ਬੜਾ ਮੁਸ਼ਕਿਲ ਹੁੰਦਾ ਹੈ। ਤੇ ਮਰ ਕਹਿੰਦੇ ਕਾਇਆ ਆਹਿਰਣ, ਇਹ ਸਿੱਖ ਕਿਉਂ ਘਾਲਣਾ ਘਾਲਦੇ ਸੀ ਗੁਰੂ ਦੇ ਦਰ ਤੇ? ਕਿਉਂ ਆਪਾ ਵਾਰਦੇ ਸੀ? ਕਿਉਂ ਸਮਰਪਿਤ ਹੋ ਜਾਂਦੇ ਸੀ? ਗੁਰੂ ਕੋ ਬਖਸ਼ਾਂ ਕਰਦਾ ਸੀ ਸਿੱਖਾਂ ਉੱਤੇ, ਤਾਂ ਉਹ ਘਾਲਣਾ ਘਾਲਦੇ ਸੀ। ਉਹ ਬਖਸ਼ਾਂ ਕੀ ਸੀ? ਮੈਂ ਕਹਿ ਰਿਹਾ ਸੀ ਵੀ ਇਹ ਜਦੋਂ ਕਿਸੇ ਨੂੰ ਵਿਰਾਗ ਲੱਗ ਜਾਂਦਾ ਨਾ ਭਾਈ, ਕਬੀਰ ਨੇ ਕਿਹਾ ਨਾ ਕਿ ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਕਦੋਂ ਜਦੋਂ ਨਾਮ ਦਾ ਕੋਈ ਵਪਾਰੀ ਹੋ ਜਾਂਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ ਨਾ, ਫਿਰ ਤੇ ਹੀਰਾ ਹੱਥ ਚੜਿਆ ਨਿਰਮੋਲਕ, ਇਹ ਰੱਬ ਦਾ ਨਾਮ ਕੀਮਤੀ ਆ, ਪਰ ਇਹ ਗੁਰੂ ਨੇ ਆਪਣੇ ਕੋਲ ਰੱਖਿਆ ਹੋਇਆ, ਸਾਰਿਆਂ ਨੂੰ ਦਿੰਦਾ ਨਹੀਂ ਹੈ। ਤੇ ਜਿਹੜਾ ਉਸ ਨੂੰ ਖੁਸ਼ ਕਰ ਲੈਂਦਾ ਹੈ, ਪ੍ਰਸੰਨ ਕਰ ਲੈਂਦਾ ਹੈ, ਜਿੱਦਾਂ ਮਾਰਾ ਬਚਨ ਨਹੀਂ ਹੁੰਦਾ ਕਿ ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਖਾਕਾ ਕਾਖਾ। ਐਡਾ ਵੱਡਾ ਰੱਬ ਦਾ ਨਾਮ ਕੀਮਤੀ ਆ, ਤੇ ਤੁਸੀਂ ਕੀ ਉਹਦੀ ਲੈਣ ਵਾਸਤੇ ਕੀਮਤ ਕੀ ਕਰ ਦੇ ਰਹੇ ਹੋ? ਕੱਖ ਵੀ ਨਹੀਂ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ। ਅਗਰ ਇਹਦਾ ਕੋਈ ਗਾਹਕ ਨਾ ਹੋਵੇ, ਇਹਨੂੰ ਖਰੀਦਣ ਵਾਲਾ ਨਾ ਹੋਵੇ, ਤੇ ਚੀਜ਼ ਦੀ ਕੀਮਤ ਘਟ ਜਾਂਦੀ ਆ। ਤੇ ਬਿਨ ਗਾਹਕ ਮੀਕਾ ਕਾਖਾ, ਜਿੱਦਾਂ ਕਬੀਰ ਸਾਹਿਬ ਨੇ ਬਚਨ ਨਹੀਂ ਕੀਤਾ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਠਣ ਨਹੀਂ ਪਾਰਖੂ। ਇਹ ਕੋਈ ਨਾਮ ਤੂੰ ਵੇਚ ਸਕੇ, ਕੋਈ ਬਾਜ਼ਾਰ ਨਹੀਂ ਹੈ, ਸ਼ਹਿਰ ਨਹੀਂ ਹੈ, ਤੂੰ ਕਿੱਥੇ ਵੇਚੇਗਾ ਇਸ ਨੂੰ? ਨਹੀਂ ਗਾਹਕ ਨਹੀਂ ਮੋਲ। ਤੇ ਨਾਮ ਖਰੀਦਣ ਵਾਸਤੇ ਜਿੰਨਾ ਮੁੱਲ ਤਾਰਨਾ ਪੈਂਦਾ ਉਹ ਅਸੀਂ ਤਾਰ ਨਹੀਂ ਸਕਦੇ, ਇਸ ਕਰਕੇ ਅਸੀਂ ਖਰੀਦ ਵੀ ਨਹੀਂ ਸਕਦੇ। ਜੇ ਮੁੱਲ ਤਾਰਾਂਗੇ ਤੇ ਚੀਜ਼ ਖਰੀਦਾਂਗੇ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ, ਕੁਛ ਵੀ ਨਹੀਂ ਹੈ। ਪਰ ਜਿਹੜਾ ਫਿਰ ਤਿਆਗ ਕਰ ਦਿੰਦੇ ਨੇ ਸੰਸਾਰ ਦਾ, ਇਹ ਫਿਰ ਕੀਮਤ ਚੁਕਾਉਂਦੇ ਨੇ। ਉਹ ਬਾਬਾ ਅਤਰ ਸਿੰਘ ਨੇ ਕੀਮਤ ਚੁਕਾਈ ਇਹਦੀ। ਇਹ ਸਸਤਾ ਨਹੀਂ ਹੈ ਭਾਈ, ਮਿਲਦਾ ਕਿਸੇ ਨੂੰ। ਐਡਾ ਵੱਡਾ ਕੀਮਤੀ ਰੱਬ ਦਾ ਨਾਮ, ਅਮੋਲਕ ਖਜ਼ਾਨਾ, ਤੇ ਐਵੇਂ ਹੀ ਮਿਲ ਜਾਂਦਾ। ਕੈਸੀਆਂ ਬਾਤਾਂ। ਨਹੀਂ ਨਹੀਂ ਨਹੀਂ,
ਬਾਬਾ ਅਤਰ ਸਿੰਘ ਨੇ ਕੀਮਤ ਚੁਕਾਈ ਆ ਤੇ ਗੁਰੂ ਨੇ ਵਸਤੂ ਦੇ ਦਿੱਤੀ ਫਿਰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ। ਮੀਰਾ ਬਾਈ ਨੇ ਕੀਮਤ ਚੁਕਾਈ ਹੈ, ਵਿਰਾਗ ਹੋ ਗਿਆ, ਰਾਣੀ ਆ, ਰਾਜ ਛੱਡ ਦਿੱਤਾ। ਮੈਂ ਇੱਕ ਸਾਖੀ ਸੁਣਾ ਦਿਆਂ ਛੋਟੀ ਜੀ। ਕੋਈ ਸਾਧੂ ਮਹਾਤਮਾ ਸੀ, ਮੈਂ ਕਹਿ ਰਿਹਾ ਵੀ ਇਹ ਐਡੀ ਵੱਡੀ ਕੀਮਤ ਇਹ ਬੇਪਰਵਾਹ ਹੋਇਆ ਘਾਲਣਾ ਤੋਂ ਬਿਨਾ ਨਹੀਂ ਮਿਲਦੀ। ਮਹਾਤਮਾ ਸੀ ਦੇ ਉਹ ਤਪੱਸਿਆ ਕਰਦੇ ਸੀ। ਚਲੋ ਹੁਣ ਤੇ ਜੋ ਸਾਧੂਆਂ ਦੀ ਕਹਾਣੀ ਤੁਹਾਨੂੰ ਪਤਾ ਹੀ ਆ। ਕੋਈ ਸਾਧੂ ਮਹਾਤਮਾ ਸੀ ਪੁਰਾਣੇ ਸਮੇਂ 'ਚ, ਦੁਨੀਆ ਤੋਂ ਦੂਰ ਜਾ ਕੇ ਤਪ ਸਾਧਨਾ ਬੰਦਗੀਆਂ ਕਰਨੀਆਂ। ਉਹ ਬੰਦਗੀ ਕਰਿਆ ਕਰੇ। ਜੋ ਕਹਾਣੀ ਲਿਖੀ ਆ ਲਿਖਣ ਵਾਲੇ ਨੇ, ਉਹਨੂੰ ਭੋਜਨ ਇੱਦਾਂ ਦੇ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਭੋਜਨ ਰੱਬ ਵੱਲੋਂ ਹੀ ਆਉਂਦਾ ਹੈ। ਪਹਿਲੀ ਗੱਲ ਤੇ ਜਿਹੜੇ ਜੁੜ ਜਾਂਦੇ ਨੇ ਉਹਨਾਂ ਨੂੰ ਭੋਜਨ ਖਾਣ ਦੀ ਬਹੁਤੀ ਕੋਈ ਲੋੜ ਨਹੀਂ ਪੈਂਦੀ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਤੇ ਜੇ ਰੱਬ ਦੇ ਪਿਆਰੇ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਰੁੱਖੋ ਭੋਜਨ ਭੂਮ ਸੈਣ। ਮੈਨੂੰ ਭਾਵੇਂ ਭੋਜਨ ਰੁੱਖਾ ਹੀ ਮਿਲ ਜਾਵੇ, ਜਿਹਨੂੰ ਬਾਬਾ ਫਰੀਦ ਕਹਿੰਦੇ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਦਰਸਾਏ ਜੀਓ। ਰੁੱਖੋ ਭੋਜਨ ਭੂਮ ਸੈਣ। ਭੂਮ ਕਹਿੰਦੇ ਨੇ ਧਰਤੀ ਨੂੰ। ਮੇਰੇ ਕੋ ਮੰਜਾ ਵੀ ਨਾ ਕੋਈ ਹੋਵੇ, ਮੇਰੇ ਕੋ ਕੋਈ ਛੱਤੀ ਪਦਾਰਥ ਵੀ ਨਾ ਹੋਣ, ਤੇ ਰੁੱਖੋ ਭੋਜਨ ਭੂਮ ਸੈਣ। ਸਖੀ ਪਿਰ ਸੰਗ ਸੁਖ ਬਿਹਾਤ, ਪਿਰ ਸੰਗ ਸੁਖ ਬਿਹਾਤ। ਮਾਰ ਕਹਿੰਦੇ ਏਡੀ ਅਵਸਥਾ ਥੱਲੇ ਦੀ ਹੋਵੇ, ਭੋਜਨ ਨਾ ਵੀ ਹੋਵੇ, ਸੌਣ ਵਾਸਤੇ ਬੈੱਡ ਵੀ ਨਾ ਹੋਣ, ਭੁੰਜੇ ਕੋਈ ਸੁੱਤਾ ਹੋਵੇ, ਰੱਬ ਦੇ ਚਰਨਾਂ ਨਾਲ ਜੁੜਿਆ, ਕਿਆ ਬਾਤ ਹੈ, ਕੈਸੀ ਜ਼ਿੰਦਗੀ ਉਸ ਦੀ, ਕੈਸਾ ਆਨੰਦ ਵਾ। ਇੱਥੇ ਵੱਡੀਆਂ ਵੱਡੀਆਂ ਮੰਜ਼ਲਾਂ ਤੇ ਵੱਡੇ ਵੱਡੇ ਬੈੱਡ ਤੇ ਨੀਂਦ ਕਿਸੇ ਨੂੰ ਆਉਣ ਹੀ ਨਹੀਂ ਦਈ। ਸਿਸਟਮ ਵਿਗੜ ਗਿਆ ਸਾਰਾ ਹੀ, ਮਨ ਜੋ ਵਿਗੜ ਗਿਆ। ਸੌਣਾ ਤੇ ਮਨ ਨੇ ਆ, ਸਰੀਰ ਨੇ ਤਾਂ ਸੌਣਾ ਹੀ ਨਹੀਂ। ਉਹ ਉਧਰ ਅੰਦਰਲਾ ਸਿਸਟਮ ਸਾਡਾ ਵਿਗੜਿਆ ਪਿਆ ਸਾਰਾ ਹੀ। ਮੈਂ ਕਹਿ ਰਿਹਾ ਸੀ ਵੀ ਇਹ ਜਿਹੜੇ ਪੁਰਾਣੇ ਸਿੱਖ ਹੁੰਦੇ ਸੀ, ਕਿਉਂ ਆਪਾ ਵਾਰ ਕੇ ਗੁਰੂ ਕੇ ਦਰ ਤੇ ਬਹਿ ਜਾਂਦੇ ਸੀ। ਬਾਬਾ ਦੀਪ ਸਿੰਘ ਜੀ ਬਹਿ ਗਏ, ਬਾਬਾ ਅਤਰ ਸਿੰਘ ਜੀ ਬਹਿ ਗਏ, ਬਾਬਾ ਈਸਰ ਸਿੰਘ ਜੀ ਬਹਿ ਗਏ, ਬਾਬਾ ਨਿਧਾਨ ਸਿੰਘ ਜੀ ਬਹਿ ਗਏ। ਮੈਂ ਕੱਲ ਵੀ ਕਿਸੇ ਗੁਰਮੁਖਾਂ ਨੂੰ ਕਹਿ ਰਿਹਾ ਸੀ, ਇਹ ਜਿਨ੍ਹਾਂ ਨੇ ਤਿਆਗ ਕੀਤਾ ਉਹਨਾਂ ਨੇ ਕੁਝ ਖੱਟਿਆ ਵਾ। ਮੈਂ ਹੁਣ ਕਹਾਣੀ ਸੁਣਾਉਣ ਲੱਗਾ ਤੁਹਾਨੂੰ। ਉਹ ਸਾਡਾ ਵਿਸ਼ਾ ਤੇ ਗੁਰੂ ਅੰਗਦ ਸਾਹਿਬ ਦਾ ਜੀਵਨੀ ਹੈ। ਉਹ ਸਾਧੂ ਮਹਾਤਮਾ ਸੀ, ਉਹਨਾਂ ਨੂੰ ਰੋਟੀ ਮਿਲ ਜਾਣੀ ਖਾਣ ਵਾਸਤੇ ਰੱਬ ਵੱਲੋਂ ਹੀ, ਕੋਈ ਥਾਲੀ ਕਹਿੰਦੇ ਆ ਜਾਣੀ। ਕਹਾਣੀ ਹੈ। ਕਹਿੰਦੇ ਇੱਕ ਰਾਜਾ ਸੀ ਤੇ ਉਹ ਵੀ ਤਿਆਗ ਕਰਕੇ ਨਾ ਰਾਜ ਮਹਿਲਾਂ ਦਾ, ਤੇ ਉਹ ਸਾਧੂ ਦੇ ਕੋਲ ਜੰਗਲ 'ਚ ਚਲ ਗਿਆ। ਉਹਨੇ ਕੁਟੀਆ ਪਾ ਲਈ, ਤਪ ਕਰਨ ਲੱਗ ਪਿਆ, ਰੱਬ ਦੀ ਬੰਦਗੀ ਕਰਨ ਲੱਗ ਪਿਆ। ਮੈਂ ਤੇ ਉਦੋਂ ਵੀ ਅੱਗੇ ਵੀ ਕਹਿੰਦਾ ਨਾ ਵੀ ਕੋਈ ਸਮਾਂ ਸੀ ਰਾਜੇ ਰਾਜ ਛੱਡ ਕੇ ਨਾ ਤੇ ਜੰਗਲਾਂ ਨੂੰ ਤੁਰ ਕੇ ਜਾ ਕੇ ਤੇ ਤਪੱਸਿਆ ਕਰਦੇ ਸੀ, ਜੋਗੀ ਬਣ ਜਾਂਦੇ ਸੀ। ਰਾਜਾ ਭਰਥਰੀ ਜੋ ਇਹ ਰਾਜਾ ਸੀ, ਰਾਜ ਛੱਡ ਕੇ ਜੋਗੀ ਬਣ ਗਿਆ। ਤੇ ਕਾਲਯੁਗ ਦਾ ਐਡਾ ਭੈੜਾ ਸਮਾਂ ਆ ਗਿਆ। ਜੋਗੀਆਂ ਹੁਣ ਜੰਗਲਾਂ 'ਚੋਂ ਬਾਹਰ ਨਿਕਲ ਕੇ ਆ ਗਿਆ ਤੇ ਜੋਗੀਪਣਾ ਛੱਡ ਕੇ ਤੇ ਮੁੱਖ ਮੰਤਰੀ ਬਣਨੇ ਸ਼ੁਰੂ ਹੋ ਗਏ ਨੇ। ਕੋਈ MP ਬਣ ਗਿਆ, ਕੋਈ MLA ਬਣ ਗਿਆ, ਕੋਈ ਚੇਅਰਮੈਨ, ਜੋਗੀ ਬਣਦੇ ਜਾਂਦੇ। ਇਹ ਪੜ੍ਹਿਆ ਲਿਖਿਆ ਨੌਜਵਾਨਾਂ ਨੂੰ ਅਹੁਦੇ ਦਿਓ। ਤੇ ਕੰਮ ਜੋਗੀਆਂ ਦਾ ਥੋੜ੍ਹਾ ਵੀ ਮੁੱਖ ਮੰਤਰੀ ਕੋਈ ਜੋਗੀ ਬਣ ਜੇ ਤੇ ਉਹ ਮੁੜ ਕੇ ਰਾਜ ਚਲਾਵੇ। ਕੋਈ ਨੌਜਵਾਨ ਪੜ੍ਹੇ ਲਿਖਿਆ ਨੂੰ ਦਿਓ ਜਿਨ੍ਹਾਂ ਦਾ ਕੰਮ ਹੈ। ਤੁਹਾਡਾ ਕੰਮ ਸੀ ਜੰਗਲਾਂ 'ਚ ਕੁਟੀਆਂ ਪਾ ਕੇ ਤੁਸੀਂ ਤਪ ਕਰੋ, ਕੰਨ ਤੁਸੀਂ ਪੜਵਾਏ ਨੇ, ਭਗਵੇਂ ਤੁਸੀਂ ਆਪਣੇ ਧਰਮ ਦੇ ਕੱਪੜੇ ਪਾਏ ਹੋਏ ਨੇ, ਤੇ ਤੁਸੀਂ ਹੁਣ ਇੱਥੋਂ ਕੀ ਲੈਣਾ। ਪਰ ਨਹੀਂ, ਕਲਯੁਗ ਨੇ ਐਸੀ ਰੀਤ ਚਲਾਈ, ਢਾ ਜੋਗੀ ਨੇ ਕੁਟੀਆ। ਜੋਗੀ ਹੁਣ ਕੁਟੀਆ ਢਾ ਗਏ ਆਪਣੇ। ਕੋਠੀ ਜਾ ਚੰਡੀਗੜ੍ਹ ਪਾਈ। ਹੁਣ ਬਾਬਾ ਵੀ ਉਹ ਮਸ਼ਹੂਰ ਹੁੰਦਾ ਜਿਹੜਾ ਚੰਡੀਗੜ੍ਹ ਰਹਿੰਦਾ ਹੈ। ਕਵੀਸ਼ਰ ਵੀ ਉਹ ਮਸ਼ਹੂਰ ਆ ਜਿਹਦੀ ਕੋਠੀ ਚੰਡੀਗੜ੍ਹ ਵਾ। ਸਿਆਪਾ ਹੁਣ ਕਿੱਥੋਂ ਕੋਈ। ਇਹਨਾਂ ਕੋਲ ਤੁਸੀਂ ਕੀ ਭਾਲਦੇ ਹੁਣ? ਜਿਹੜੇ ਚੰਡੀਗੜ੍ਹ ਕੋਠੀਆਂ ਪਾ ਕੇ ਬਹਿ ਗਏ ਨੇ ਉਹਨਾਂ ਕੋਲ ਤੁਸੀਂ ਕੀ ਭਾਲਦੇ ਹੁਣ? ਤੁਹਾਨੂੰ ਤੇ ਠੱਗਣਗੇ ਹੀ ਉਹ, ਤੁਹਾਨੂੰ ਕੀ ਦੇਣਗੇ ਉਹ?
ਉਹ ਕਹਿੰਦੇ ਰਾਜਾ ਵੀ ਚਲ ਗਿਆ, ਉੱਥੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਤੇ 2 ਥਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕੋ ਜਿਹੜੇ ਪਹਿਲਾਂ ਸਾਧੂ ਡਿਆ ਸੀ ਤਪੱਸਿਆ ਕਰਨ, ਉਹਦੇ ਵਾਸਤੇ ਤੇ ਇੱਕ ਰਾਜੇ ਵਾਸਤੇ ਵੀ, ਤੇ ਸਾਧੂ ਵਾਸਤੇ ਦਾਲ ਪ੍ਰਸ਼ਾਦਾ ਹੀ ਆਵੇ, ਤੇ ਜਿਹੜਾ ਰਾਜਾ ਉਹਦੇ ਵਾਸਤੇ ਖੀਰਾਂ ਕੜਾਹ ਥਾਲੀ 'ਚ ਆ ਜਾਣ। ਇਹ ਜੋ ਕਹਾਣੀ ਬਿਲਕੁਲ ਸਹੀ ਆ, ਕੋ ਕਿੰਤੂ ਪਰੰਤੂ ਨਾ ਕਰਨਾ। ਉਹ ਇੱਕ ਦਿਨ ਸਾਧੂ ਦੇ ਮਨ ਵਿੱਚ ਖਿਆਲ ਆਇਆ, ਯਾਰ ਮੈਂ ਇੰਨੇ ਸਮੇਂ ਤੋਂ ਤਪੱਸਿਆ ਕਰਨ ਦਿਆਂ ਵਾਂ ਤੇ ਮੈਨੂੰ ਦਾਲ ਫੁਲਕਾ ਹੀ ਮਿਲਦਾ ਰਿਹਾ, ਤੇ ਹੁਣ ਵੀ ਮਿਲ ਦਿਆ, ਤੇ ਇਹ ਜੇ ਕੱਲ੍ਹ ਆਇਆ ਤਪੱਸਿਆ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਤੇ ਇਹਦੇ ਵਾਸਤੇ ਤੇ 36 ਪਦਾਰਥ ਆਉਂਦੇ ਨੇ ਥਾਲੀ ਵਿੱਚ। ਉਹਨੇ ਰੱਬ ਨੂੰ ਮਿਹਣਾ ਮਾਰਿਆ। ਕਦੀ ਕਦੀ ਰੱਬ ਦੇ ਪਿਆਰੇ ਰੱਬ ਨੂੰ ਮਿਹਣਾ ਮਾਰ ਹੀ ਦਿੰਦੇ ਨੇ। ਜਿੱਦਾਂ ਕੋਈ ਸਾਧੂ ਮਹਾਤਮਾ ਨਹੀਂ ਸੀ ਨਾ, ਉਹ ਤੁਰਿਆ ਜੰਗਲ ਨੂੰ ਤੁਰ ਪਿਆ, ਚੇਲਿਆਂ ਨੂੰ ਕਹਿੰਦਾ ਵੀ ਅਸੀਂ ਤਪੱਸਿਆ ਕਰਨ ਚੱਲੇ ਜੰਗਲ ਨੂੰ। ਤੇ ਚੇਲਿਆਂ ਨੇ ਆਖਿਆ, ਬਾਬਾ ਜੀ ਤੁਸੀਂ ਤਾਂ ਕਹਿੰਦੇ ਵੀ ਜੰਗਲ ਵਿੱਚ ਰੱਬ ਨਹੀਂ ਮਿਲਦਾ। ਕਹਿੰਦਾ ਨਹੀਂ ਮਿਲਦਾ। ਕਹਿੰਦਾ ਫਿਰ ਤੁਸੀਂ ਕੀ ਕਰਨ ਚੱਲੇ ਹੋ? ਕਹਿੰਦੇ ਇਸ ਕਰਕੇ ਚੱਲਿਆ, ਜੰਗਲ ਜਾ ਕੇ ਬਵਾਂਗੇ ਤੇ ਮੁੜ ਕੇ ਕਦੀ ਰੱਬ ਨੂੰ ਲਾਮਾ ਮਾਰਾਂਗੇ, ਤੇਰੀ ਖਾਤਰ ਜੰਗਲਾਂ 'ਚ ਹੀ ਬੈਠੇ ਰਹੇ ਹਾਂ। ਇਹ ਲਾਮਾ ਮਾਰਨ ਵਾਸਤੇ ਰੱਬ ਨੂੰ ਮੈਂ ਚੱਲਿਆ, ਇਹ ਲਾਮਾ ਬਣਾਉਣਾ ਹੀ ਇੱਕ ਮੈਂ। ਕਦੀ ਲਾਮਾ ਮਾਰਾਂਗੇ ਰੱਬ ਨੂੰ, ਜੋ ਕੁਛ ਕਰੋਗੇ ਤੇ ਫਿਰ ਹੀ ਅਗਲੇ ਨੂੰ ਮਿਹਣਾ ਮਾਰੋਗੇ, ਤੇਰੀ ਖਾਤਰ ਮੈਂ ਆ ਕੁਛ ਕੀਤਾ ਤੇ ਤੂੰ ਵੀ ਕੁਛ ਕਰ। ਤੇ ਜੇ ਅਸੀਂ ਕਰਾਂਗੇ ਨਹੀਂ ਤੇ ਰੱਬ ਨੂੰ ਤਾਨਾ ਮਿਹਣਾ ਕਿੱਥੋਂ ਮਾਰ ਲਾਂਗੇ? ਬਚ ਨਹੀਂ ਆਉਂਦਾ, ਮਾਰਬ ਦੇਵਤਿਆਂ ਦਰਸ਼ਨ ਕੇ ਤਾਈ ਦੁਖ ਪੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੇ ਰਹਤੇ, ਘਰ ਘਰ ਭਗਵੇਂ ਪੇਸ ਪੈ ਤੋ ਕਾਰਨ ਸਹਿਬਾ ਰੰਗ ਰਤੇ। ਕੋਈ ਛੱਡੂਗਾ ਕੁਛ ਤੇ ਫਿਰ ਰੱਬ ਨੂੰ ਮਿਹਣਾ ਮਾਰੂਗਾ, ਤੇ ਜੇ ਤਿਆਗ ਨਹੀਂ ਤੇ ਮਿਹਣਾ ਕਿਸ ਦਾ? ਕਹਿਣ ਲੱਗੇ ਜੰਗਲ ਵਿੱਚ ਰੱਬ ਨਹੀਂ ਮਿਲਦਾ, ਪਰ ਅਸੀਂ ਥੋੜ੍ਹਾ ਸਮਾਂ ਰਵਾਂਗੇ, ਮੁੜ ਕੇ ਰੱਬ ਨੂੰ ਮਿਹਣਾ ਮਾਰਾਂਗੇ, ਤੇਰੀ ਖਾਤਰ ਉੱਥੇ ਵੀ ਬੈਠੇ ਰਹੇ ਹਾਂ। ਉਹ ਭਗਤ ਨਾਮਦੇਵ ਨੇ ਮਿਹਣਾ ਮਾਰਿਆ ਸੀ ਕਿ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ। ਅਸੀਂ ਤੇ ਮਿਹਣਾ ਮਾਰ ਨਹੀਂ ਸਕਦੇ, ਅਸੀਂ ਤਾਂ ਉਹਦੀ ਖਾਤਰ ਕੁਛ ਕੀਤਾ ਹੀ ਨਹੀਂ ਹੈ। ਤੇ ਮਿਹਣਾ ਵੇਖੋ, ਹੁਣ ਤੁਸੀਂ ਆਪਣੇ ਸੱਜਣਾ ਬੇਲੀਆਂ ਨੂੰ ਕਦੀ ਮਿਹਣਾ ਮਾਰਦੇ ਹੋ, ਯਾਰ ਮੈਂ ਉਹਦੀ ਖਾਤਰ ਇੰਨਾ ਕੁਛ ਕੀਤਾ ਸੀ, ਉਹਨੇ ਨਹੀਂ ਕੁਛ ਕੀਤਾ ਅੱਗੇ। ਤੇ ਰੱਬ ਦੇ ਪਿਆਰੇ ਵੀ ਰੱਬ ਨੂੰ ਮਿਹਣਾ ਮਾਰਦੇ ਨੇ, ਤੇਰੀ ਖਾਤਰ ਰਾਤਾਂ ਝਾਕੀਆਂ, ਰੋਟੀ ਪਾਣੀ ਦਾ ਤਿਆਗ ਕੀਤਾ, ਸਭ ਕੁਛ ਕੀਤਾ, ਤੇ ਤੂੰ ਕੁਛ ਕੀਤਾ ਹੀ ਨਹੀਂ, ਤੇ ਤੂੰ ਕੁਛ ਕਰਦਾ ਹੀ ਨਹੀਂ। ਤੇ ਐਵੇਂ ਫੋਕਾ ਨਹੀਂ ਉਹ ਮੰਨਦਾ ਭਾਈ। ਉਹ ਸਾਧੂ ਮਹਾਤਮਾ ਨੇ ਮਿਹਣਾ ਮਾਰਿਆ ਵੀ ਮੈਂ ਇੰਨੇ ਸਮੇਂ ਤੋਂ ਬੰਦਗੀ ਕਰਦਾ ਆ ਰਿਹਾ, ਮੈਨੂੰ ਦਾਲ ਪ੍ਰਸ਼ਾਦਾ ਹੀ ਮਿਲ ਦਿਆ, ਤੇ ਆਹ ਰਾਜ ਮਹਿਲ ਛੱਡ ਕੇ ਜਿਹੜਾ ਮੇਰੇ ਲਾਗੇ ਰਾਜਾ ਆਇਆ, ਇਹ ਕੱਲ੍ਹ ਅਜੇ ਆਇਆ, ਥੋੜ੍ਹੇ ਦਿਨ ਹੋਏ ਆਇਆ ਨੂੰ, ਤੇ ਇਹਨੂੰ ਖੀਰਾਂ ਕੜਾਵਾਂ ਆਉਂਦੀਆਂ ਇਹਦੇ ਵਾਸਤੇ। ਮੈਂ ਕਹਿੰਦੇ ਵੀ 2 ਥਾਲੀਆਂ ਆਉਂਦੀਆਂ ਸੀ, ਉਹ ਜਿਹੜੇ ਤਪੱਸਿਆ ਕਰਦੇ ਜੰਗਲੇ ਕੇ ਸਾਧੂ ਕਰਨ ਦਿਆ ਸੀ, ਇੱਕ ਰਾਜਾ ਲਾਗੇ ਤਪੱਸਿਆ ਕਰਨ ਦਿਆ ਸੀ। ਰੱਬ ਨੂੰ ਮਿਹਣਾ ਮਾਰਿਆ, ਤੇ ਰੱਬ ਨੇ ਆਖਿਆ ਮੈਂ ਕਦੀ ਬੇਇਨਸਾਫੀ ਨਹੀਂ ਕੀਤੀ। ਉੱਥੇ ਸੱਚੋ ਹੀ ਸੱਚ ਨਿਬੜੇ, ਉੱਥੇ ਸੱਚੋ ਹੀ ਸੱਚ ਨਿਬੜੇ। ਕਹਿੰਦਾ ਜੇ ਮੇਰੇ ਹਜ਼ੂਰੀ ਵਿੱਚ ਵੀ ਕੋਈ ਬੇਇਨਸਾਫੀ ਹੋ ਗਈ ਤੇ ਮੈਨੂੰ ਸੱਚ ਕਿਹਨੇ ਕਹਿਣਾ? ਮਾਨਸਾਂ ਦੀਵਾਨੋਂ ਕੋਈ ਭੱਜ ਨਸ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਦੁਨੀਆ ਉੱਤੇ ਝੂਠ ਮਾਰ ਕੇ, ਕੋਈ ਵਕੀਲ ਕਰਕੇ, ਕੋਈ ਜੱਜਾਂ ਨੂੰ ਕੁਛ ਦੇ ਲੈ ਕੇ ਤੁਸੀਂ ਬਚ ਸਕਦੇ ਹੋ, ਪਰ ਰੱਬ ਦੀ ਹਜ਼ੂਰੀ ਚੋਂ ਅਜੇ ਤੱਕ ਨਹੀਂ ਕੋਈ ਬਚਿਆ। ਉੱਥੇ ਸੱਚੇ ਹੀ ਸੱਚ ਨਿਬੜੇ। ਉਹਨੇ ਆਖਿਆ ਮੇਰੇ ਨਾਲ ਬੇਇਨਸਾਫੀ ਹੋਈ। ਸਾਧੂ ਕਹਿਣ ਲੱਗਾ ਰੱਬ ਨੂੰ, ਤਾਂ ਮੈਂ ਇੰਨੇ ਸਮੇਂ ਤੋਂ ਤੇਰੀ ਤਪੱਸਿਆ ਕਰਨ ਦਿਆ, ਤੇ ਮੈਨੂੰ ਦਾਲ ਪ੍ਰਸ਼ਾਦਾ ਹੀ, ਤੇ ਆਵੇ ਥੋੜ੍ਹੇ ਦਿਨ ਹੋਏ ਅਜੇ ਆਏ ਨੂੰ, ਇਹ ਤਪੱਸਿਆ ਕਰਨ ਇਹਨੂੰ ਖੀਰਾਂ ਕੜਾਹ ਹੁੰਦੀਆਂ। ਕਹਿਣ ਲੱਗਾ ਮੈਂ ਕਦੀ ਬੇਇਨਸਾਫੀ ਨਹੀਂ ਕੀਤੀ। ਕਹਿੰਦਾ ਫਿਰ ਇਹ ਕਿਉਂ ਹੋ ਰਿਹਾ? ਕਹਿਣ ਲੱਗਾ ਤੂੰ ਮੇਰੀ ਖਾਤਰ ਝੁੱਗੀ ਛੱਡ ਕੇ ਆਇਆ ਵਾਂ, ਤੂੰ ਝੁੱਗੀ ਦਾ ਤਿਆਗ ਕੀਤਾ ਵਾ, ਤੇ ਜਿੰਨਾ ਕੋਈ ਤਿਆਗ ਕਰਦਾ ਮੈਂ ਉਨਾ ਕੀ ਦਿੰਦਾ, ਉਹਨੂੰ ਵੱਧ ਨਹੀਂ ਦਿੰਦਾ। ਇੱਕ ਵਾਰੀ ਨਾ ਕਿਸੇ ਨੇ, ਮੈਂ ਹੁਣ ਸਮਾਂ ਕਦੇ ਬਹੁਤਾ ਨਾ ਲੱਗ ਜੇ, ਉਹ ਮੈਂ ਕਹਿ ਰਿਹਾ ਸੀ ਵੀ
ਵੀ ਰੱਬ ਬੇਇਨਸਾਫੀ ਨਹੀਂ ਕਰਦਾ। ਉਹਨੇ ਆਖਿਆ ਮੇਰੇ ਨਾਲ ਤੇ ਬੇਇਨਸਾਫੀ ਹੋਈ ਆ। ਕਹਿੰਦਾ ਕੀ ਹੋਈ ਆ? ਕਹਿੰਦਾ ਕੱਲ ਆਇਆ ਤੇ ਇਹਨੂੰ ਅਖੀਰਾਂ ਖੜਾ। ਉਹਨੇ ਆਖਿਆ ਨਾ, ਮੈਂ ਕਹਿ ਰਿਹਾ ਸੀ ਵੀ ਬਾਬੇ ਫਰੀਦ ਦੇ ਜੀਵਨ ਨੂੰ ਪੜ੍ਹੀਏ ਤੇ ਇੱਕ ਕਹਾਣੀ ਮਿਲਦੀ ਉਹਨਾਂ ਦੇ ਜੀਵਨ ਵਿੱਚੋਂ। ਇੱਕ ਵਾਰੀ ਚਿੱਠੀ ਲਿਖ ਕੇ ਬਾਬੇ ਫਰੀਦ ਨੇ 100 ਦਰਵੇਸ਼ਾਂ ਕੋ ਭੇਜੀ ਤੇ ਆਖਿਆ ਵੀ ਦੱਸੋ ਦੁਨੀਆ ਤੇ ਸਭ ਤੋਂ ਸਿਆਣਾ ਬੰਦਾ ਕਿਹੜਾ ਵਾ? ਪੜ੍ਹਿਆ ਲਿਖਿਆ ਡਾਕਟਰ ਵਕੀਲ ਕੌਣ ਸਿਆਣਾ ਧਰਤੀ ਉੱਤੇ? ਤੇ 100 ਦਰਵੇਸ਼ਾਂ ਨੇ ਇੱਕੋ ਜਵਾਬ ਦਿੱਤਾ ਸੀ, ਤਿਆਗੀ। ਬਾਣੀ ਮੰਨਦੀ ਹੈ, ਧੂਰਤ ਸੋਈਏ ਧੁਰ ਤੋਂ ਲਾਗੇ। ਜਿਹੜਾ ਤਿਆਗ ਕਰਕੇ ਸੰਸਾਰ ਦਾ ਰੱਬ ਨਾਲ ਜੁੜ ਗਿਆ ਉਹ ਦੁਨੀਆ ਤੇ ਸਭ ਤੋਂ ਸਿਆਣਾ ਬੰਦਾ। ਉਹ ਫਿਰ ਜਦੋਂ ਨੇ ਕਿਹਾ, ਸਾਧੂ ਨੇ ਮਿਹਣਾ ਮਾਰਿਆ। ਉਹਨੇ ਆਖਿਆ ਤੂੰ ਛੱਡ ਕੇ ਆ ਮੇਰੀ ਖਾਤਰ ਕੁਟੀਆ, ਮਾਫ ਕਰਨਾ ਝੁੱਗੀਆਂ, ਤੇ ਇਹ ਤਾਂ ਤੈਨੂੰ ਦਾਲ ਪ੍ਰਸ਼ਾਦਾ ਮਿਲਦਿਆ ਵਾ, ਤੇ ਇਹ ਛੱਡ ਕੇ ਆਇਆ ਵਾ ਰਾਜ ਮਹਿਲ ਰਾਣੀਆਂ। ਤੇ ਜਿੰਨਾ ਕੋਈ ਤਿਆਗ ਕਰਦਾ ਮੈਂ ਉਨਾ ਕੀ ਦਿੰਦਾ, ਮੈਂ ਵੀ ਵੱਧ ਨਹੀਂ ਦਿੰਦਾ ਕਿਸੇ ਨੂੰ। ਮੈਂ ਬੇਇਨਸਾਫੀ ਨਹੀਂ ਕਰਦਾ। ਇਹਨੇ ਰਾਜ ਮਹਿਲ ਛੱਡੇ ਨੇ ਮੇਰੀ ਤੇ ਤਾਂ ਇੰਨਾ ਕੁਛ ਮਿਲ ਰਿਹਾ। ਮੈਂ ਕਹਿ ਰਿਹਾ ਸੀ ਵੀ ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਨੇ ਤਿਆਗ ਕੀਤੇ, ਵਿਰਾਗ ਲੱਗ ਗਿਆ। ਰਾਜੇ ਪੀਪੇ ਨੂੰ ਰਾਜ ਲੱਗ ਗਿਆ। ਭਗਤ ਪੀਪਾ ਜੀ ਜਿਹੜੇ ਹੋਏ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 'ਚ, ਇਹ ਹੁੰਦਾ ਹੈ। ਇਹ ਜਦੋਂ ਕੋਈ ਰੱਬ ਦਾ ਇਸ਼ਕ ਜਾਗਦਾ ਫਿਰ ਉਹ ਦੁਨੀਆ ਛੱਡ ਬਹਿੰਦੇ ਨੇ। ਇਹ ਗੁਰੂ ਅੰਗਦ ਸੱਚੇ ਪਾਤਸ਼ਾਹ ਇੱਥੇ ਹੁਣ ਘਾਲਣਾ ਘਾ ਰਹੇ ਨੇ ਕਰਤਾਰਪੁਰ। ਮੈਂ ਕਹਿ ਰਿਹਾ ਸੀ ਕਿਉਂ ਸਿੱਖ ਬਹਿੰਦੇ ਸੀ ਗੁਰੂ ਕੋ, ਕਿਉਂ ਜਾਂਦੇ? ਗੁਰੂ ਕੀ ਦਿੰਦਾ ਸੀ ਸਿੱਖਾਂ ਨੂੰ? ਤੇ ਮੈਂ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਵੀ ਕਾਇਆ ਆਇਰਨ, ਮਨ ਵਿੱਚ ਲੋਹਾ। ਇਹ ਸਰੀਰ ਸਾਡੇ ਦੇ ਵਿੱਚ ਇੱਕ ਲੋਹੇ ਦਾ ਟੁਕੜਾ ਪਿਆ, ਉਹਨੂੰ ਮਨ ਕਹਿੰਦੇ ਨੇ। ਜੇ ਪੰਜ ਅਗਨ ਤਿਤ ਲਾਗ ਰਹੀ, ਇਹਨੂੰ ਕਦੀ ਕਾਮ ਤਪਾ ਦਿੰਦਾ ਹੈ, ਕਦੀ ਕ੍ਰੋਧ ਤਪਾ ਦਿੰਦਾ ਹੈ। ਕੋਈ ਗੱਲ ਕਹਿ ਦਿੰਦਾ ਹੈ ਇਹ ਤਾਂ ਤਪ ਜਾਂਦਾ ਹੈ। ਜੇ ਕੋਈ ਹਾਰ ਪਾ ਦਿੰਦਾ ਹੈ ਇਹ ਭੂਤਰ ਜਾਂਦਾ। ਤੇ ਜਿਹੜਾ ਹਾਰ ਪਾਇਆ ਭੂਤਰ ਜੇ, ਉਹਨੂੰ ਜਦੋਂ ਮਿਹਣਾ ਕਿਸੇ ਨੇ ਮਾਰਨਾ ਉਦੋਂ ਉਹਨੇ ਮਰ ਵੀ ਜਾਣਾ ਉਹਨੇ ਉਸ ਵੇਲੇ। ਐਡਾ ਕਮਜ਼ੋਰ ਹੋ ਚੁੱਕਾ ਸਾਡਾ ਮਹਾਰਾਜ ਕਿਤੇ ਮਨ। ਤੇ ਕੋਲੇ ਪਾਪ ਪਏ ਤਿਸ ਉਪਰ ਮਨ ਜਲਿਆ। ਗੁਰੂ ਕੋ ਕਿਉਂ ਬਹਿਣਾ? ਸਭ ਜਾਏ ਮੇਲੋ ਸਤਿਗੁਰ ਕੋ ਮੇਰੀ ਜਿੰਦੜੀ ਹੈ। ਕਿਉਂ? ਜੋ ਹਰ ਹਰ ਨਾਮ ਦ੍ਰਿੜਾਵੇ ਰਾਮ। ਕੋਲੇ ਪਾ ਪੈ ਤਿਸ ਉਤਰ ਮਨ ਜਲਿਆ, ਸੰਨੀ ਚਿੰਤ ਪਈ। ਤੇ ਫਿਰ ਪਿਆ ਮਨੂਰ। ਮਨ ਤੇ ਬਹੁਤ ਗਲਿਆ ਲੋਹਾ ਹੋ ਗਿਆ ਹੈ। ਇੱਕ ਹੁੰਦਾ ਸੁੱਧ ਲੋਹਾ, ਤੇ ਸੁੱਧ ਲੋਹਾ ਹੁੰਦਾ ਜਿਹੜਾ ਭੱਠੀ 'ਚ ਪਾ ਕੇ ਕੱਢਿਆ ਜਾਵੇ, ਤੇ ਗਲਿਆ ਹੁੰਦਾ ਜਿਹੜਾ ਰੂੜੀਆਂ ਤੇ ਪਿਆ ਹੋਵੇ, ਗੰਦਗੀ 'ਚ ਪਿਆ ਹੋਵੇ। ਮਰ ਕਹਿੰਦੇ ਪਿਆ ਮਨੂਰ। ਇਹ ਮਨ ਮਨੂਰ ਹੋ ਚੁੱਕਾ ਹੈ। ਮਨੂਰ ਮੈਨੇ ਜੰਗਾਲਿਆ ਲੋਹਾ, ਖਤਮ ਹੋ ਚੁੱਕਾ ਹੈ ਮਨ ਸਾਡਾ। ਜੋ ਸੰਸਾਰ ਤੇ ਆਏ ਤੂੰ ਹੀ ਪਾਪਾਂ ਦੇ ਨਾਲ ਪਿਰਤ ਪਏ ਹੋਏ ਆ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਇਹ ਜਗ ਮੈਲਾ ਮੈਲੋ ਹੋਈ ਜਾਏ। ਜਿਉਂ ਆਏ ਤਿਉਂ ਹੀ ਮੈਲ ਲੱਗਣ ਦੀ, ਜਿਉਂ ਸੰਸਾਰ ਤੇ ਤੂੰ ਹੀ ਪਾਪਾਂ ਦੇ ਵਾਲੇ ਪਾਸੇ ਲੱਗਾ ਹੋਇਆ। ਤੇ ਇਹਦੇ ਪੱਲੇ ਹੁਣ ਕੀ ਆ? ਕੱਖ ਵੀ ਨਹੀਂ ਹੈ, ਕੱਖ ਵੀ ਨਹੀਂ ਹੈ। ਤੇ ਮਹਾਰਾਜ ਕਹਿੰਦੇ ਆ ਫਿਰ ਪਿਆ ਮਨੂਰ ਕੰਚਨ ਫਿਰ ਹੋਏ। ਇਹ ਮਨੂਰ ਤੋਂ, ਸੜੇ ਲੋਹੇ ਤੋਂ ਮਨ ਫੇਰ ਸੋਨਾ ਸੁੱਧ ਹੋ ਸਕਦਾ ਹੈ। ਉਹ ਕਿਸ ਤਰ੍ਹਾਂ? ਕੁਝ ਦਾ ਭੱਟਾ ਨੇ ਨਹੀਂ ਕਿਹਾ ਕਿ ਕੰਚੋਂ ਕੰਚਨ ਪਇਓ, ਕੰਚਨ ਪਇਓ। ਲੋਹਾ ਹੋ ਸਕਦਾ ਹੈ। ਮਨ ਸਾਡਾ ਕੱਚ ਹੋ ਚੁੱਕਾ ਹੈ, ਮਨ ਸਾਡਾ ਗਲਿਆ ਲੋਹਾ ਹੋ ਚੁੱਕਾ ਹੈ। ਇਹਦੇ ਪੱਲੇ ਕੱਖ ਨਹੀਂ ਹੈ। ਕੋਈ ਇਹਨੂੰ ਦੁਖੀ ਕਰ ਜਾਂਦਾ, ਕੋਈ ਇਹਨੂੰ ਸੁਖੀ ਕਰ ਜਾਂਦਾ। ਕੋਈ ਗੱਲ ਕਹਿ ਜਾਂਦਾ ਦੁਖੀ ਹੋ ਜਾਂਦਾ, ਕੋਈ ਸਰੋਪਾ ਦੇ ਜਾਂਦਾ ਤਾਂ ਸੁਖੀ ਹੋ ਜਾਂਦਾ। ਇੰਨੀ ਕਿ ਬਾਤ ਕੁਝ ਵੀ ਨਹੀਂ ਹੈ। ਨਾ ਇਹਦਾ ਆਪਣਾ ਦੁੱਖ ਵਾ, ਨਾ ਇਹਦਾ ਆਪਣਾ ਸੁੱਖ ਵਾ। ਇਹ ਸੁੱਖ ਵੀ ਕਿਸੇ ਕੋ ਭਾਲਦਾ ਤੇ ਦੁੱਖ ਵੀ ਕਿਸੇ ਕੋਈ ਭਾਲਦਾ।
ਤੇ ਜਿਹੜਾ ਤੁਹਾਨੂੰ ਅੱਜ ਸੁੱਖ ਦੇ ਰਿਹਾ ਉਹਨੇ ਕੱਲ ਨੂੰ ਦੁੱਖ ਵੀ ਦੇ ਦੇਣਾ ਹੈ। ਤਾਂ ਹੀ ਤੇ ਮਹਾਂਪੁਰਖ ਕਹਿੰਦੇ ਸੀ ਦੁੱਖ ਸੁੱਖ ਤੋਂ ਰਹਿਤ ਹੋ ਜੋ। ਜਿਹੜਾ ਤੁਹਾਡੀ ਅੱਜ ਵਡਿਆਈ ਕਰ ਰਿਹਾ ਕੱਲ ਨੂੰ ਤੁਹਾਡੀ ਉਹਨੇ ਬਦਨਾਮੀ ਵੀ ਕਰਨੀ ਹੈ, ਮਤ ਜਾਣੋ। ਇੱਕ ਬਚਨ ਆਉਂਦਾ ਕਿਸੇ ਸਿਆਣੇ ਦਾ ਵੀ ਲੋਕੀ ਕਾਂਟੋਂ ਕੀ ਬਾਤ ਕਰਤੇ ਹੈ, ਵੀ ਕੰਡਾ ਚੁਭਦਾ। ਇਹ ਤਾਂ ਸਾਰਿਆਂ ਨੂੰ ਪਤਾ ਨਾ, ਲੋਕੀ कांटों की बात करते हैं पर मैंने फूलों से जख्म खाए हैं। मैनू कंडे नहीं चुभे, मैनू फुल्लां ने जख्मी कर दिता। याद रखना, जिन्ना ਤੁਹਾਡਾ ਸੱਜਣ ਨੁਕਸਾਨ ਕਰ ਸਕਦਾ ਦੁਸ਼ਮਣ ਨਹੀਂ ਕਰ ਸਕਦਾ। ਇਹ ਜ਼ਿੰਦਗੀ ਦੀ ਇੱਕ ਗੱਲ ਅਪਣਾ ਲਿਓ ਤੁਸੀਂ। ਮੈਨੂੰ ਵੀ ਮੇਰੇ ਨਾਲ ਵੀ ਕੁਝ ਹੋਇਆ, ਮੈਂ ਤਾਂ ਕਹਿ ਰਿਹਾ। ਤੁਹਾਨੂੰ ਧੋਖਾ ਕਿਸੇ ਨੇ ਨਹੀਂ ਦੇਣਾ, ਤੁਹਾਡੇ ਸੱਜਣ ਨੇ ਤੁਹਾਨੂੰ ਧੋਖਾ ਦੇਣਾ ਹੈ। ਆਂਦੇ ਨੇ ਘਰ ਕਾ ਭੇਤੀ ਲੰਕਾ ਢਾਏ। ਜੇ ਦੁਸ਼ਮਣਾਂ ਤੋਂ ਕਿਸੇ ਨੇ ਪੁੱਛਿਆ ਮਹਾਂਪੁਰਖਾਂ ਨੂੰ ਵੀ ਤੁਹਾਡੇ ਆਪਣੇ ਦੁਸ਼ਮਣ ਕਿੰਨੇ ਨੇ, ਕਿਸੇ ਨੇ ਪੁੱਛਿਆ ਕਿਸੇ ਸਿਆਣੇ ਨੂੰ ਵੀ ਤੁਹਾਡੇ ਦੁਸ਼ਮਣ ਕਿੰਨੇ ਨੇ, ਅੱਗੇ ਉਹ ਕਹਿੰਦਾ ਮੇਰਾ ਇੱਕ ਵੀ ਸੱਜਣ ਨਹੀਂ ਹੈ। ਉਹ ਕਹਿੰਦਾ ਮੈਂ ਸੱਜਣ ਨਹੀਂ ਪੁੱਛਿਆ ਤੁਹਾਨੂੰ, ਮੈਂ ਪੁੱਛਿਆ ਤੁਹਾਡੇ ਦੁਸ਼ਮਣ ਕਿੰਨੇ ਨੇ। ਉਹਨਾਂ ਫੇਰ ਕਿਹਾ ਮੇਰਾ ਕੋਈ ਸੱਜਣ ਨਹੀਂ ਹੈ। ਕਹਿੰਦੇ ਕਿਆ ਬਾਤ, ਸੱਜਣ ਤਾਈ ਵਿੱਚੋਂ ਹੀ ਦੁਸ਼ਮਣ ਦਾ ਬੂਟਾ ਪੈਦਾ ਹੋਣਾ ਹੈ। ਤੁਸੀਂ ਆਪਣੀ ਜ਼ਿੰਦਗੀ ਨੂੰ ਪਰਖ ਲੈਣਾ, ਤੁਹਾਡੇ ਦੁਸ਼ਮਣ ਉਹ ਹੋਣਗੇ ਜਿਹੜੇ ਕਦੀ ਤੁਹਾਡੇ ਸੱਜਣ ਹੁੰਦੇ ਸੀ। ਜਿਹੜੀ ਮਾਰ ਸੱਜਣਾ ਨੇ ਮਾਰਨੀ ਆ ਉਹ ਦੁਸ਼ਮਣਾਂ ਨੇ ਨਹੀਂ ਮਾਰਨੀ। ਉਹ ਵਿਦਵਾਨ ਕਹਿੰਦਾ ਲੋਕੀ ਗੈਰੋਂ ਕੀ ਬਾਤ ਕਰਤੇ हैं, माफ करना, लोकी कांटों की बात करते हैं, मैंने फूलों से जख्म खाए हैं। ਲੋਕਾਂ ਨੂੰ ਕੰਡਿਆਂ ਨੇ ਚੁਭਿਆ, ਜ਼ਖਮ ਕੀਤਾ, ਮੈਨੂੰ ਫੁੱਲਾਂ ਨੇ ਚਬਾ ਜ਼ਖਮ ਕਰ ਦੇ ਦਿੱਤੇ। ਲੋਕੀ कांटों की बात करते हैं, मैंने फूलों से जख्म खाए हैं। लोकी गैरों की बात करते हैं, मैंने अपनिਆਂ से ਧੋਖੇ ਖਾਏ हैं। ਸਿੱਖ ਕੌਮ ਨੂੰ ਬਾਹਰੋਂ ਨਹੀਂ ਕਿਸੇ ਨੇ ਮਾਰਿਆ, ਬਾਹਰੋਂ ਨਹੀਂ ਕਿਸੇ ਨੇ ਧੋਖਾ ਦਿੱਤਾ, ਆਪਣਿਆਂ ਨੇ ਦਿੱਤਾ। ਸਾਡੇ ਪਰਿਵਾਰਾਂ ਵਿੱਚ ਵੀ ਸਾਨੂੰ ਆਪਣੇ ਧੋਖਾ ਦਿੰਦੇ ਨੇ। ਉਹ ਫਿਰ ਮਹਾਰਾਜ ਕਹਿੰਦੇ ਆ ਵੀ ਕੱਚੋਂ ਕੰਚਨ ਪਇਓ ਸ਼ਬਦ ਗੁਰ ਸ਼ਰਮ ਨੇ ਸੁਣਿਓ। ਜਿਹੜਾ ਗੁਰੂ ਕੇ ਸ਼ਬਦ ਨੂੰ ਸੁਣੇਗਾ ਇਹ ਮਨ ਜਿਹੜਾ ਵਾ ਕੱਚ ਹੋ ਚੁੱਕਾ ਹੈ, ਇਹ ਲੋਹਾ ਗਲਿਆ ਲੋਹਾ ਹੋ ਚੁੱਕਾ ਹੈ। ਫਿਰ ਇਹ ਸੋਨਾ ਬਣ ਜਾਏਗਾ ਕਦੋਂ? ਕੱਚੋਂ ਕੰਚਨ ਪਇਓ ਸ਼ਬਦ ਗੁਰ ਸ਼ਰਮ ਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਇਹ ਮਨ ਸਾਡਾ ਜ਼ਹਿਰ ਨਾਲ ਭਰ ਚੁੱਕਾ ਵਾ, ਇਹਦੇ ਚ ਜ਼ਹਿਰ ਹੀ ਜ਼ਹਿਰ ਆ, ਹੋਰ ਕੁਛ ਨਹੀਂ ਆ। ਇਹਨੂੰ ਫਰੋਲ ਕੇ ਵੇਖ ਲੈਣਾ, ਜ਼ਹਿਰ ਤੋਂ ਬਿਨਾਂ ਇਹਦੇ ਚ ਈਰਖਾ ਤੋਂ ਬਿਨਾਂ ਕੱਖ ਨਹੀਂ ਹੈ, ਪ੍ਰੇਮ ਨਹੀਂ ਹੈ ਇਹਦੇ ਵਿੱਚ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਮਹਾਰਾਜ ਕਹਿੰਦੇ ਤੂੰ ਰੱਬ ਰੱਬ ਕਰ, ਗੁਰੂ ਕੀ ਬਾਣੀ ਜਪ। ਇਹ ਜਿਹੜਾ ਮਨ ਜਿਹੜਾ ਨਾ ਇਹ ਅੰਮ੍ਰਿਤ ਦਾ ਰੂਪ ਹੋ ਜਾਏਗਾ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਇਹ ਮਨ ਜਿਹੜਾ ਲੋਹਾ ਹੋ ਚੁੱਕਾ ਹੈ ਤੇ ਇਹ ਲਾਲ ਬਣ ਜਾਊਗਾ। ਕਿਸ ਤਰ੍ਹਾਂ? ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਬ ਧਾਰੇ। ਜਦੋਂ ਤੂੰ ਸੇਵਾ ਕਰੇਗਾ, ਜਿਹੜੀ ਸੇਵਾ ਕਰਤਾਰਪੁਰ ਮਕਾਲ ਮਰਦੀ ਕਾਲੀ, ਮਰਦਾਂ ਵਾਲੀ ਘਾਲਣਾ, ਨਾ ਦਿਨ ਵੇਖਿਆ ਨਾ ਰਾਤ ਵੇਖੀ ਆ। ਦਿਨੇ ਰਾਤ ਸਨਮੁਖ ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖਸਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵੇ ਲੱਗਿਆ ਭਵਜਲ ਤਰੇ ਸੰਸਾਰ। ਤੇ ਮਹਾਰਾਜ ਕਹਿੰਦੇ ਭਾਈ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪਣਿਓ। ਲੋਹੋਂ ਹੋਇਓ ਲਾਲ, ਇਹ ਮਨ ਲੋਹੇ ਤੋਂ ਲਾਲ ਬਣ ਜਾਊਗਾ। ਨਦਰ ਸਤਿਗੁਰ ਜਬ ਤਾਰੇ, ਪਾਹਣ ਮਾਨਕ ਕਰੇ। ਇਹ ਮਨ ਪੱਥਰ ਹੋ ਚੁੱਕਾ ਹੈ, ਪੱਥਰ ਹੋ ਚੁੱਕਾ ਹੈ। ਇਹ ਮਾਨਕ ਬਣ ਸਕਦਾ, ਕੀਮਤੀ ਮਾਨਕ ਬਣ ਸਕਦਾ ਹੈ। ਕਿਸ ਤਰ੍ਹਾਂ? ਪਾਹਣ ਮਾਨ ਕਰੇ, ਸ਼ਬਦ ਗੁਰ ਕਹਿਓ ਵਿਚਾਰੇ। ਜਦੋਂ ਤੂੰ ਗੁਰੂ ਕੀ ਵਿਚਾਰ ਨਾਲ ਜੁੜ ਜਾਏਗਾ, ਗੁਰੂ ਕੇ ਸ਼ਬਦ ਨੂੰ ਵਿਚਾਰੇਗਾ, ਇਹ ਪੱਥਰ ਮਨ ਜਿਹੜਾ ਮਾਨਕ ਬਣ ਜਾਊਗਾ।
श्री खंड सतगुरु कीओ। ਇਹ ਕਾਠੋਂ ਤੋਂ ਲੱਕੜ ਤੋਂ ਇਹਨੂੰ ਚੰਦਨ ਬਣਾ ਸਕਦਾ ਗੁਰੂ ਕੋਲ ਇੱਕ ਕਲਾ ਵਾ। ਮੈਂ ਕਹਿ ਰਿਹਾ ਸੀ ਲੈਣਾ ਕਿਉਂ ਆਸ਼ਕ ਹੋ ਗਿਆ ਬਾਬਾ ਜੀ ਦਾ, ਕਿਉਂ ਘਰ-ਬਾਰ ਛੱਡ ਕੇ ਕਰਤਾਰਪੁਰ, ਕਿਉਂ ਦਿਨੇ ਰਾਤ ਕੀ ਮਿਲਣਾ ਸੀ। ਘਰ-ਬਾਰ ਛੱਡ ਕੇ ਸ਼੍ਰੀ ਲਹਿਣਾ ਜੀ ਕਰਤਾਰਪੁਰ ਘਾਲਣਾ ਘਰ ਨੇ, ਕੀ ਆਸ ਰੱਖ ਕੇ ਘਾਲ ਰਹੇ ਨੇ। ਕੋਈ ਆਸ ਨਹੀਂ ਹੈ, ਆਸ਼ਕਾਂ ਨੂੰ ਕੋਈ ਆਸ ਨਹੀਂ ਹੁੰਦੀ। ਜਿਹਨੇ ਜਿਹੜੇ ਆਸ਼ਕਾਂ ਨੂੰ ਮਾਰ ਕਿਹਾ ਨਾ ਵੀ ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ, ਜਿਹੜੇ ਰੱਬ ਦੇ ਆਸ਼ਕ ਨੇ ਉਹਨਾਂ ਦੇ ਅੰਦਰ ਕੋਈ ਮੰਗ ਨਹੀਂ ਹੁੰਦੀ। ਤੇ ਮਹਾਰਾਜ ਕਹਿੰਦੇ ਕਾਠੋਂ ਸ਼੍ਰੀ ਖੰਡ ਸਤਿਗੁਰੂ ਕੀਓ, ਮਾਮੂਲੀ ਲੱਕੜ ਤੋਂ ਗੁਰੂ ਚੰਦਨ ਕਰ ਦਿੰਦਾ ਹੈ। ਦੁੱਖ ਦਲਿੱਦਰ ਤਿੰਨ ਕੇ ਗਹਿ, ਸਤਿਗੁਰ ਚਰਨ ਜਿਨ ਪਰਸਿਓ। ਜਿਹੜੇ ਜੁੜ ਗਏ, ਜਿਹੜੇ ਸ਼੍ਰੀ ਕਰਤਾਰਪੁਰ ਸਾਹਿਬ ਜਿੱਦਾਂ ਲਹਿਣਾ ਜਾ ਕੇ ਜੁੜ ਗਿਆ, ਦੁੱਖ ਦਲਿੱਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਓ। ਸੇ ਪਸ ਪ੍ਰੇਤ ਸੁਰ ਨਰ ਭੈ, ਉਹ ਜਿਨ੍ਹਾਂ ਨੂੰ ਗੁਰੂ ਦੇਵਤਿਆਂ ਵਾਲੀ ਪਦਵੀ ਦੇ ਦੇ, ਜਿਹੜਾ ਗੁਰੂ ਕੱਚ ਤੋਂ ਕੰਚਨ ਕਰ ਦਵੇ, ਜ਼ਹਿਰ ਤੋਂ ਅੰਮ੍ਰਿਤ, ਉਹ ਉਸ ਗੁਰੂ ਦਾ ਸੰਗ ਕੌਣ ਛੱਡ ਸਕਦਾ। ਫਿਰ ਮੈਂ ਕਹਿ ਰਿਹਾ ਸੀ ਦੂਜੇ ਪਾਸੇ ਤੁਰ ਗਿਆ ਵੀ ਕਾਇਆ ਅਹਿਰਣ ਮਨ ਵਿੱਚ ਲੋਹਾ। ਆ ਸਰੀਰ ਸਾਡਾ ਇੱਕ ਭੱਠੀ ਆ, ਇਸ ਭੱਠੀ ਦੇ ਵਿੱਚ ਛੋਟਾ ਜਿਹਾ ਟੁਕੜਾ ਉਹਨੂੰ ਕਹਿੰਦੇ ਮਨ ਵਾ। ਕਾਇਆ ਅਹਿਰਣ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ, ਕੋਲੇ ਪਾਪ ਭਏ ਤਿਸ ਉੱਪਰ। ਜੇ ਮਨ ਠੰਡਾ ਹੋਣਾ ਦੀ ਕੋਸ਼ਿਸ਼ ਕਰਦਾ ਨਾ, ਕੋਈ ਗੁਨਾਹ ਹੋਰ ਹੀ ਆ ਜਾਂਦਾ ਮਨ ਦੇ ਵਿੱਚ, ਪਾਪ ਫੇਰ ਆ ਜਾਂਦਾ। ਇਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਆ, ਅੱਗ ਸਗੋਂ ਹੀ ਭੜਕ ਜਾਂਦੀ। ਕੋਲੇ ਪਾਪ ਪਏ ਤਿਸ ਉੱਪਰ ਮਨ ਜਲਿਆ। ਮਨ ਤਾਂ ਸੜ ਚੁੱਕਾ ਹੈ, ਮਨ ਦੇ ਵਿੱਚ ਤਾਂ ਕੁਛ ਵੀ ਨਹੀਂ ਆ ਹੁਣ। ਮਨ ਜਲਿਆ ਸੰਨੀ ਚਿੰਤ ਪਈ। ਉਹ ਸੰਨੀ ਹੁੰਦੀ ਹਲਵਾਰਾਂ ਦੇ ਕੋਲ ਇੱਕ ਲੋਹੇ ਦੀ, ਜਿਹਨੂੰ ਆਪ ਅੱਜ ਕੱਲ੍ਹ ਉਹ ਪਲਾਸ ਨਹੀਂ ਕਹਿੰਦੇ, ਉੱਦਾਂ ਦੀ ਲੰਮੀ ਜਿਹੀ ਇੱਕ ਸੰਨੀ ਹੁੰਦੀ ਸੀ ਲੁਹਾਰਾਂ ਕੋ। ਉਹ ਭੱਠੀਆਂ ਭੁੱਠੀਆਂ ਜਿਹੜੇ ਕੰਮ ਕਰਦੇ। ਚਲੋ ਹੁਣ ਤਾਂ ਕਹਾਣੀ ਵਿਗੜ ਗਈ, ਮੁੱਕ ਗਿਆ ਉਹ ਕਾ ਸਿਸਟਮ ਹੀ। ਸੰਨੀ ਚਿੰਤ ਪਈ, ਜਿਹੜੀ ਚਿੰਤਾ ਵਾ ਨਾ ਉਹ ਸੰਨੀ ਦਾ ਕੰਮ ਕਰਦੀ। ਜੇ ਇੱਕ ਪਾਸਿਓਂ ਠੰਡਾ ਹੋਣ ਲੱਗਦਾ ਨਾ ਤੇ ਚਿੰਤਾ ਪਲਟ ਕੇ ਇਹਨੂੰ ਦੂਜੇ ਪਾਸੇ ਨੂੰ ਕਰ ਦਿੰਦੀ ਆ, ਦੂਜੇ ਪਾਸਿਓਂ ਫੇਰ ਤਪ ਜਾਂਦਾ। ਪਿਆ ਮਨੂਰ ਕੰਚਨ ਫਿਰ ਹੋਵੇ। ਗੁਰੂ ਕੀ ਕਰਦਾ ਹੈ, ਲੈਣਾ ਕਿਉਂ ਦਿਨੇ ਰਾਤ ਗੁਰੂ ਕੇ ਸਨਮੁਖ ਖਲੋ ਕੇ। ਤਿਸ ਗੁਰ ਕੇ ਗ੍ਰਹਿ ਢੋਵੋ ਪਾਣੀ। ਹੁਣ ਕੌਣ ਢੋਂਦਿਆ ਪਾਣੀ, ਨਹੀਂ ਢੋਂਦਿਆ ਤੇ ਗੁਰੂ ਕੋ ਮਿਲਣ ਵੀ ਕੀ ਦਿਆ ਫਿਰ। ਤਿਸ ਗੁਰ ਕੇ ਗ੍ਰਹਿ, ਅਜੇ ਢੋਂਦੇ ਨੇ ਜਿਹੜੇ, ਉਹਨਾਂ ਨੂੰ ਮਿਲ ਵੀ ਜਾਂਦਾ। ਤਿਸ ਗੁਰ ਕੇ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ। ਤਿਸ ਗੁਰ ਕੇ ਗ੍ਰਹਿ ਪੀਸੋ ਨੀਤਾ, ਮੈਂ ਆਪਣੇ ਗੁਰੂ ਤੇ ਬੈਠ ਕੇ ਚੱਕੀ ਪੀਵਾਂ। ਇਹ ਆਸ਼ਕਾਂ ਦੀਆਂ ਬਾਤਾਂ ਨੇ, ਇਹ ਜਿਹੜੇ ਸਮਰਪਿਤ ਹੋ ਗਏ ਨੇ ਉਹਨਾਂ ਦੀਆਂ ਬਾਤਾਂ ਨੇ। ਉਹ ਮਹਾਰਾਜ ਨੇ ਜਿਹੜਾ ਬਚਨ ਆਉਂਦਾ ਆਪਣਾ ਮਾਰੂ ਰਾਗ ਦੇ ਅੰਦਰ, ਗੁਰੂ ਨਾਨਕ ਸਿੰਘ ਨੇ ਪੀਏ ਤਾਂ ਪਾਣੀ ਆਣੀ ਮੀਰਾ। ਪਾਣੀ ਪੀਣਾ ਤੇ ਮੈਂ ਖੂਹ ਤੋਂ ਚੱਲ ਕੇ ਪਾਣੀ ਲੈ ਕੇ ਆਉਣਾ ਤੇਰੇ ਵਾਸਤੇ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ। ਤੁਸੀਂ ਰੋਟੀ ਖਾਣੀ ਆ, ਮੈਂ ਚੱਕੀ ਪੀ ਕੇ ਆਟਾ, ਚੱਕੀ ਚਲਾ ਕੇ ਆਟਾ ਪੀਣਾ ਤੁਹਾਡੇ ਵਾਸਤੇ। ਖਾਏ ਤਾਂ ਪੀਸਣ ਜਾਉ, ਪੱਖਾ ਫੇਰੀ ਪੈਰ ਮਲੋਵਾਂ। ਤੇ ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ। ਮਹਾਰਾਜ ਕਹਿੰਦੇ ਜਦੋਂ ਕੋਈ ਗੁਰੂ ਪੀਰ ਨੂੰ ਪੱਖਾ ਚੱਲਦਾ, ਫਿਰ ਅੰਦਰ ਨਾਮ ਦਾ ਆਪਣੇ ਆਪ ਹੀ ਵਰਤਾਰਾ ਵਰਤੀ ਜਾਂਦਾ ਹੈ। ਜਦੋਂ ਕਿਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਤੇ ਵਿਸ਼ਰਾਮ ਕਰਦੇ ਹੋਣਗੇ ਤੇ ਸ਼੍ਰੀ ਲਹਿਣਾ ਜੀ ਪੱਖਾ ਚੱਲਦੇ ਹੋਣਗੇ, ਕਿ ਮਨ ਉਹਨਾਂ ਦੇ ਵਿੱਚ ਕਦੀ ਉਸ ਸਮੇਂ ਕਦੀ ਕੋਈ ਪਾਪ ਗੁਨਾਹ ਕਦੀ ਆਇਆ ਹੋਊਗਾ ਜਦੋਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਲਾਗੇ ਬੈਠਾ ਹੋਊਗਾ।
ਇਹ ਤੇ ਵੱਡੇ ਵੱਡੇ ਗੁਨਾਹਗਾਰ ਜਦੋਂ ਗੁਰੂ ਨਾਨਕ ਸਾਹਿਬ ਦੇ ਸਨਮੁਖ ਹੋਏ ਤੇ ਉਹਨਾਂ ਦੇ ਪਾਪ ਧੋਤੇ ਗਏ। ਕਾਰੂ ਬਾਦਸ਼ਾਹ ਸਨਮੁਖ ਹੋਇਆ ਤੇ ਉਹ ਦੇਸ਼ ਰਾਜਾ ਜੇ ਕੋਈ ਸਾਧੂ ਮਹਾਤਮਾ ਸੀ ਉੱਥੇ ਜਿੱਥੇ ਕਾਰੂ ਬਾਦਸ਼ਾਹ ਰਾਜ ਕਰਦਾ ਸੀ ਤੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਸਿਫਾਰਿਸ਼ ਕੀਤੀ ਕਿ ਮਹਾਰਾਜ ਮੇਰੇ ਦੇਸ਼ ਦਾ ਜਿਹੜਾ ਰਾਜਾ ਨਾ ਕਾਰੂ ਉਹ ਬੜਾ ਲੋਭੀ ਪਾਪੀ ਗੁਨਾਹਗਾਰ ਆ। ਤੇ ਕਹਿ ਲਗੇ ਤੁਸੀਂ ਸਾਧੂ ਮਹਾਤਮਾ ਕੀ ਕਰਦੇ ਹੋ, ਉਹਨਾਂ ਨੂੰ ਪਾਪਾਂ ਤੋਂ ਰੋਕੋ, ਲੋਭੀ ਬੜਾ ਜੀ ਉਹ ਤੇ ਪੈਸਾ ਇਕੱਠਾ ਕਰੀ ਜਾਂਦਾ ਜੀ। ਤੇ ਕਹਿੰਦੇ ਤੁਸੀਂ ਸਾਧੂ ਮਹਾਤਮਾ ਤੁਸੀਂ ਕਾਹਦੇ ਹੋ ਜੇ ਤੁਸੀਂ ਉਹਨਾਂ ਨੂੰ ਇਸ ਮਾਨੇ ਰੋਕ ਨਹੀਂ ਸਕਦੇ। ਕਹਿਣ ਲੱਗੇ ਜੀ ਮੇਰੀ ਉਹ ਗੱਲ ਮੰਨਦਾ ਨਹੀਂ ਹੈ। ਉਹ ਫਕੀਰ ਕਹਿਣ ਲੱਗਾ ਮੁਸਲਮਾਨ ਗੁਰੂ ਨਾਨਕ ਸਾਹਿਬ ਨੂੰ ਕਿ ਮੇਰੇ ਦੇਸ਼ ਦਾ ਰਾਜਾ ਉਹ ਲੋਭੀ ਹੋ ਚੁੱਕਾ ਹੈ ਤੇ ਧਨ ਦੌਲਤ ਇਕੱਠੀ ਕਰੀ ਜਾਂਦਾ ਤੇ ਪ੍ਰਜਾ ਨੂੰ ਬੜਾ ਦੁੱਖ ਦੇ ਰਿਹਾ। ਤੇ ਸਾਹਿਬ ਕਹਿਣ ਲੱਗੇ ਤੂੰ ਸਾਧੂ ਕਾਹਦਾ ਜੇ ਉਹਨੂੰ ਮੋੜ ਨਹੀਂ ਸਕਦਾ। ਕਹਿਣ ਲੱਗਾ ਜੀ ਮੇਰੀ ਗੱਲ ਨਹੀਂ ਮੰਨਦਾ। ਕਹਿਣ ਲੱਗੇ ਲਿਆ ਕਿਹੜਾ ਤੇਰਾ ਰਾਜਾ ਮਿਲਾ ਸਾਨੂੰ। ਉਹ ਕਾਰੂ ਬਾਦਸ਼ਾਹ ਨੂੰ ਜਦੋਂ ਸਨਮੁਖ ਪੇਸ਼ ਕੀਤਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੋਇਆ ਤੇ ਬਸ ਨਾਨਕ ਨਦਰੀ ਨਦਰ ਨਿਹਾਲ ਸਾਹਮਣੇ ਹੁੰਦਿਆਂ ਸਾਰੇ ਗੁਨਾਹ ਪਾਪ ਉਸ ਕਾਰੂ ਬਾਦਸ਼ਾਹ ਦੇ ਮੁੱਕ ਗਏ। ਭੂਮੀ ਚੋਰ ਦੀ ਚੋਰੀ ਛੁੱਟ ਗਈ, ਸੱਜਣ ਦੀ ਠੱਗੀ ਤਾਈ ਛੁੱਟ ਗਈ। ਤੇ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਕਿਤੇ ਵਿਸ਼ਰਾਮ ਕਰਦੇ ਹੋਣਗੇ, ਗੁਰੂ ਸ਼੍ਰੀ ਲਹਿਣਾ ਜੀ ਪੱਖਾ ਚੱਲਦੇ ਹੋਣਗੇ ਤੇ ਉਹ ਕੈਸਾ ਸਮਾਂ ਹੋਊਗਾ ਅੰਦਰ, ਕੈਸਾ ਠੰਡਾ ਹੋਇਆ ਹੋਊਗਾ ਲਹਿਣਾ ਜੀ ਦਾ। ਤੇ ਬਾਹਰ ਕਹਿੰਦੇ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਇਹੋ ਜਿਹਾ ਗੁਰੂ ਮਿਲੇ ਜਿਹੜਾ ਲਹਿਣੇ ਨੂੰ ਮਿਲਿਆ ਸੀ। ਅੱਜ ਦੇ ਗੁਰੂ ਵੀ ਨੇ ਬਥੇਰੇ ਨੇ, ਚੇਲੇ ਜਾਂਦੇ ਨੇ, ਉਹਨਾਂ ਦੇ ਹਜ਼ਾਰਾਂ ਕਿੱਲੇ ਕਣਕਾਂ ਨੇ, ਕਮਾਦ ਨੇ, ਝੋਨੇ ਬੀਜਦੇ ਨੇ, ਗੋਡੀਆਂ ਕਰਦੇ ਨੇ। ਗੁਰੂਆਂ ਦਾ ਇਹ ਗੁਰੂ ਨਹੀਂ ਹੈ, ਵਪਾਰੀ ਲੋਕ ਨੇ ਧਰਤੀ ਉੱਤੇ ਤੇ ਪ੍ਰਜਾ ਇਹਨਾਂ ਦੀ ਚੁਗਲ ਵਿੱਚ ਫਸੀ ਹੋਈ ਹੈ। ਇਹ ਤੇ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਕਿਸੇ ਭਾਗਾਂ ਵਾਲੀ ਨੂੰ ਮਿਲਦਾ। ਮਰ ਪਿਆ ਮਨੂਰ ਕੰਚਨ ਫਿਰ ਹੋਏ ਜੇ ਗੁਰ ਮਿਲੇ ਤਨੇਹਾ। ਤੇ ਗੁਰੂ ਕਰਦਾ ਕੀ ਆ, ਏਕ ਨਾਮ ਅੰਮ੍ਰਿਤ ਓ ਦੇਵੈ, ਏਕ ਨਾਮ ਅੰਮ੍ਰਿਤ ਓ ਦੇਵੈ। ਉਹ ਫਿਰ ਨਾਮ ਦਾ ਨਾਮ ਰੂਪੀ ਅੰਮ੍ਰਿਤ ਦਿੰਦਾ, ਸਿੱਖ ਨੂੰ ਨਾਮ ਦਾ ਪਿਆਲਾ ਪਿਆਉਂਦਾ ਹੈ। ਤੇ ਜਦੋਂ ਸਿੱਖ ਪੀ ਲੈਂਦਾ ਨਾ ਫਿਰ ਉਹ ਨਾਮ ਦਾ ਪਿਆਲਾ, ਤੋ ਨਾਨਕ ਤ੍ਰਿਸ਼ਟਸ ਦੇਹਾ। ਫਿਰ ਸਰੀਰ ਉਹਦਾ ਟਿਕ ਜਾਂਦਾ ਹੈ। ਹੁਣ ਤੇ ਸਾਡੇ ਸਰੀਰ ਵੀ ਟਿਕਣ ਦੇ, ਮਨ ਕਿੱਥੋਂ ਟਿਕਣਾ ਹੈ। ਮਰ ਕਹਿੰਦੇ ਜਦੋਂ ਫਿਰ ਗੁਰੂ ਮਿਲਦਾ ਨਾ ਜ਼ਿੰਦਗੀ ਵਿੱਚ, ਸਭ ਜਾਏ ਮੇਲੋ ਸਤਿਗੁਰ ਕੋ ਮੇਰੀ ਜਿੰਦੜੀ ਹੈ। ਹੁਣ ਤੇ ਸਿੱਖ ਗੁਰਦੁਆਰੇ ਤੱਕ ਨਹੀਂ ਆਉਂਦਾ, ਇਹਨੇ ਕਿੱਥੋਂ ਮਿਲਣਾ ਗੁਰੂ ਨੂੰ। ਇਹਨੂੰ ਤਾਂ ਗੁਰਦੁਆਰੇ ਆਉਣਾ ਹੀ ਮੁਸ਼ਕਿਲ ਬਣਿਆ ਪਿਆ ਹੋਇਆ। ਤੇ ਜੇ ਆਉਣਗੇ ਵੀ ਨਾਲ ਬੱਚੇ ਲੈ ਆਉਣਗੇ, ਉਹ ਗੁਰਦੁਆਰਿਆਂ ਦੇ ਅੰਦਰ ਬੈਠ ਕੇ ਬੱਚਿਆਂ ਨਾਲ ਖੇਡੀ ਜਾਣਗੇ। ਦਾਦੇ ਆਉਣਗੇ ਬੁੱਢੇ ਨਾਲ, ਉਹ ਬੱਚਿਆਂ ਨਾਲ ਖੇਡੀ ਜਾਣਗੇ। ਉਹ ਜਿਹੜਾ ਭਾਈ ਮਾੜਾ ਮੋੜ ਪਾਠ ਕਰਦਾ ਉਹਦੀ ਵੀ ਕਹਾਣੀ ਵਿਗਾੜ ਦਿੰਦੇ। ਬਾਰ ਕਹਿੰਦੇ ਸਭ ਜਾਏ ਮਿਲੋ ਸਤਿਗੁਰ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਤੇ ਆਏ ਰਾਮ। ਉਹ ਗੁਰੂ ਨੂੰ ਮਿਲੋ ਜਿਹੜਾ ਤੁਹਾਨੂੰ ਆਪ ਜਪਦਾ ਤੇ ਤੁਹਾਨੂੰ ਕਹਿੰਦਾ ਜਪੋ। ਤੇ ਉਹ ਗੁਰੂ ਕਾਹਦਾ ਜਿਹਨੇ ਹਜ਼ਾਰਾਂ ਕਿੱਲੇ ਕਣਕਾਂ ਬੀਜੀਆਂ ਤੇ ਤੁਸੀਂ ਉੱਥੇ ਜਾ ਕੇ ਕਣਕਾਂ ਵੱਢਦੇ ਹੋ। ਇਹ ਤੇ ਤੁਸੀਂ ਵਪਾਰੀਆਂ ਦੀ ਚੁਗਲ ਵਿੱਚ ਫਸ ਗਏ। ਨਾ ਭਾਈ ਨਾ। ਉਹ ਫਿਰ ਸ਼੍ਰੀ ਲਹਿਣਾ ਜੀ ਕਰਤਾਰਪੁਰ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਾਲੀ। ਭਗਤ ਕਰੇ ਮਰ ਜੀਵੜੇ ਗੁਰਮੁਖ ਸਦਾ ਭਗਤ ਹੋਏ। ਭਗਤੀ ਤੇ ਸੇਵਾ ਇਹ ਕੋਈ ਮਰਦ ਲੋਕ ਕਰ ਸਕਦੇ ਨੇ, ਕਮਜ਼ੋਰ ਨਹੀਂ। ਉਹ ਫਿਰ ਮੈਂ ਹੁਣ ਅਖੀਰ ਤੇ ਇੱਕ ਗੱਲ ਕਹਿ ਦਿਆਂ ਵੀ ਉਹ ਫਿਰ ਜਦੋਂ ਕਰੜੀ ਘਾਲਣਾ ਘਾਲੀ ਹੈ ਤੇ ਫਿਰ ਪਏ ਕਬੂਲ ਖਸਮ ਨਾਲ। ਤੇ ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖਿਓ ਜੇ ਕਿਉਂ ਜਾਂ ਸਦੋਸ਼ ਤਾਂ ਲਹਿਣਾ ਟਿਕਿਉਂ। ਜਿੱਦਣ ਬੱਚਾ ਪੜ੍ਹਦਾ 12 ਮਹੀਨੇ ਪੜ੍ਹਿਆ ਤੇ 13ਵੇਂ ਮਹੀਨੇ ਰਿਜ਼ਲਟ ਆਇਆ ਨਾ ਤੇ ਫਿਰ ਪਤਾ ਲੱਗਾ ਕਿ ਬੱਚਾ ਪੜ੍ਹਿਆ ਕੌਣ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਿਰ ਪਰਖ ਕੀਤੀ, ਬਾਬਾ ਬੁੱਢਾ ਜੀ ਵੀ ਥੱਲੇ ਰਹਿ ਗਏ। ਹਾਲਾਂਕਿ ਬਾਬਾ ਬੁੱਢਾ ਜੀ ਥੋੜੀ ਕਮਾਈ ਨਹੀਂ ਹੈ। ਕੱਲ ਹੀ ਮੈਨੂੰ ਕੋਈ ਗੁਰਮੁਖ ਕਹਿ ਰਹੇ ਬਾਬਾ ਜੀ ਬਾਬਾ ਬੁੱਢਾ ਜੀ ਦੇ ਬਾਰੇ ਕੋਈ ਜੀਵਨ ਸੁਣਾਓ। ਮੈਂ ਕਿਹਾ ਅਸੀਂ ਤਰਤੀਬਵਾਰ ਸੁਣਾਵਾਂਗੇ। ਗੁਰੂ ਅੰਗਦ ਸਾਹਿਬ ਦਾ ਸ਼ੁਰੂ ਕੀਤਾ, ਇਹਦੀ ਸਮਾਪਤੀ ਜਦੋਂ ਫਿਰ ਉਧਰ ਨੂੰ ਤੁਰ ਜਾਵਾਂਗੇ।
ਉਹ ਫਿਰ ਸਿੱਖਾਂ ਪੁੱਤਰਾਂ ਕੋ ਔਖੇ ਸਭ ਉਮਤ ਵੇਖਿਓ ਜੇ ਕਿਉਂ ਜਾਂ ਸਦੋਸ਼ ਤਾਂ ਲੈਣਾ ਟਿਕਿਉਣ। ਫਿਰ ਉਹ ਫਿਰ ਜਦੋਂ ਘਾਲਣਾ ਘਾਲ ਘਾਲ ਕੇ ਫਿਰ ਦਰ ਤੇ ਕਬੂਲ ਹੋ ਗਏ। ਹੁਣ ਇਹ ਕਿਤੇ ਕਈ ਵਿਚਾਰ ਭਰਾ ਸਾਡੇ ਕਹਿੰਦੇ ਵੀ ਸ਼੍ਰੀ ਚੰਦ ਜੀ ਨੇ ਬਾਬਾ ਜੀ ਦਾ ਬਚਨ ਨਹੀਂ ਮੰਨਿਆ, ਕਿਉਂਕਿ ਬਾਣੀ ਵੀ ਮੰਨਦੀ ਆ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰੋਟੀਏ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਏ ਨ ਛੱਟੀਏ। ਜਿਨ ਆਖੀ ਸੋ ਮੰਨਣਾ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ। ਕੌਣ ਹਾਰੇ ਕਿਨ ਵਟੀਏ। ਬਾਣੀ ਨੇ ਇਹ ਨਿਰਣਾ ਕਰਤਾ ਸ਼੍ਰੀ ਚੰਦ ਜੀ ਨੇ ਕਿਉਂ ਨਹੀਂ ਹੁਕਮ ਮੰਨਿਆ। ਅਸੀਂ ਦੇਖੋ ਕਹਿੰਦੇ ਨਾ ਸਾਡੇ ਵਿਰੋਧੀ ਜਿਹੜੇ ਬਾਬਾ ਜੀ ਦੇ, ਪਰ ਜਿੰਨੀ ਘਾਲਣਾ ਜੇ ਗੁਰੂ ਨਾਨਕ ਸਾਹਿਬ ਨੇ ਜਿੰਨੀ ਘਾਲਣਾ ਧਰਮ ਵਾਸਤੇ ਘਾਲ ਲਈ ਆ, ਉਹ ਉਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਕੋਈ ਕਸਰ ਨਹੀਂ ਛੱਡੀ ਧਰਮ ਦੀ ਘਾਲਣਾ ਘਾਲਣ ਵਾਸਤੇ। ਤੇ ਮਹਾਰਾਜ ਨੇ ਉਹ ਫਿਰ ਨਿਰਣਾ ਕੀਤਾ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਏ। ਜਿਨ ਆਖੀ ਸੋ ਮੰਨਣਾ, ਮਾਫ ਕਰਨਾ ਭੁੱਲ ਗਿਆ। ਉਹ ਫਿਰ ਮਹਾਰਾਜ ਕਹਿੰਦੇ ਨੇ ਕੌਣ ਹਾਰੇ ਕਿਨ ਅਵਟੀਏ। ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ। ਦੋ ਉਦਾਹਰਨਾਂ ਦਿੱਤੀਆਂ ਬਾਣੀ ਨੇ। ਇੱਕ ਸੋ ਉੱਚੀ ਜਗ੍ਹਾ ਤੇ ਚੀਜ਼ ਹੁੰਦੀ ਆ ਜਿੱਥੇ ਪਾਣੀ ਨਾ ਹੋਵੇ, ਉਹ ਸਾਲ ਜਵਾਹੇ ਸਾਲੀ। ਉਹ ਦੂਸਰੀ ਜਿਹੜੀ ਆ ਬੂਟੀ ਉਹ ਪਾਣੀ 'ਚ ਹੁੰਦੀ ਆ। ਹੁਣ ਇਹਦੀ ਇੱਕ ਹੁੰਦੀ ਆ ਸੁੱਕੇ ਥਾਂ ਤੇ ਪਹਾੜਾਂ ਤੇ ਬੂਟੀ, ਇੱਕ ਹੁੰਦੀ ਆ ਪਾਣੀ 'ਚ ਬੂਟੀ। ਤੇ ਮਾੜੀ ਕਿਹਨੂੰ ਕਹੋ ਤੇ ਚੰਗੀ ਕਿਹਨੂੰ ਕਹੋ। ਤੇ ਇਸ ਕਰਕੇ ਇਹ ਜਿਹਨੂੰ ਕੋਈ ਬਖਸ਼ਾ ਹੋਣੀਆਂ ਨੇ ਉਹਨਾਂ ਤੇ ਹੋਣੀਆਂ ਵਾ, ਸਾਨੂੰ ਕਿੰਤੂ ਪਰੰਤੂ ਕੋਈ ਬਹੁਤੀ ਕਰਨ ਦੀ ਲੋੜ ਨਹੀਂ ਹੈ। ਬਾਬਾ ਸ਼੍ਰੀ ਚੰਦ ਦੀ ਕੋਈ ਥੋੜੀ ਕਮਾਈ, ਠੀਕ ਆ ਉਹਨਾਂ ਨੇ ਨਹੀਂ ਬਚਨ ਮੰਨਿਆ, ਮੰਨਦੇ ਆ ਬਾਣੀ ਨੂੰ, ਪਰ ਜਿੰਨਾ ਸਿੱਖ ਧਰਮ ਦਾ ਪ੍ਰਚਾਰ ਬਾਬਾ ਸ਼੍ਰੀ ਚੰਦ ਨੇ ਕੀਤਾ ਕੋਈ ਨਹੀਂ ਕਰ ਸਕਿਆ। ਤੁਸੀਂ ਇੱਧਰ ਜਾਓ ਗੁਜਰਾਤ, ਉਹਦੇ ਦਵਾਰਕਾ ਬੇਟਾ ਸਮੁੰਦਰ ਦੇ ਵਿੱਚ ਜਿੱਥੋਂ ਪੰਜਾਂ ਪਿਆਰਿਆਂ 'ਚ ਭਾਈ ਮੋਹਕਮ ਸਿੰਘ ਆਏ ਸੀ, ਉੱਥੇ ਵੀ ਬਾਬਾ ਸ਼੍ਰੀ ਚੰਦ ਜੀ ਦਾ ਧੂੰਆਂ ਹੈਗਾ। ਉੱਥੇ ਪ੍ਰਚਾਰ ਕਰਕੇ ਆਏ ਸਿੱਖੀ ਦਾ ਬਾਬਾ ਸ਼੍ਰੀ ਚੰਦ ਜੀ। ਉੜੀਸਾ ਚਲ ਜਾਓ, ਸਮੁੰਦਰ ਦਾ ਆ ਸਾਡੇ ਦੇਸ਼ ਦਾ ਆਖਰੀ ਕੰਢਾ ਜਿੱਥੇ ਜਗਨਨਾਥਪੁਰੀ ਮੰਦਿਰ ਹੈ, ਉੱਥੇ ਬਾਬਾ ਸ਼੍ਰੀ ਚੰਦ ਨੇ ਜਾ ਕੇ ਬੌਲੀ ਬਣਾਈ ਤੇ ਸਿੱਖੀ ਦਾ ਪ੍ਰਚਾਰ ਕੀਤਾ। ਠੀਕ ਆ, ਕੋਈ ਵਾਧੇ ਘਾਟੇ ਹੋ ਜਾਂਦੇ ਨੇ। ਅਖੀਰ ਸਮੇਂ ਜਦੋਂ ਛੇਵੇਂ ਪਾਤਸ਼ਾਹ ਨੂੰ ਬਾਬਾ ਸ਼੍ਰੀ ਚੰਦ ਨੇ ਆਖਿਆ ਵੀ ਤੁਸੀਂ ਤੁਹਾਡੇ 5-6 ਪੁੱਤਰ ਨੇ, ਇੱਕ ਸਾਨੂੰ ਦੇ ਦਿਓ। ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਸਾਰੇ ਤੁਹਾਡੇ ਹੀ ਨੇ, ਗੁਰੂ ਅੰਦਰ ਤੇ ਕੋਈ ਈਰਖਾ ਵੈਦ ਨਹੀਂ ਹੁੰਦਾ। ਉਹ ਗੁਰੂ ਕਾਹਦਾ ਜਿਹੜਾ ਈਰਖਾ ਕਰੇ ਭਾਈ, ਸਤਿਗੁਰ ਸਦਾ ਦਿਆਲ ਹੈ ਭਾਈ। ਤੇ ਉਹ ਕਿਉਂ ਨਹੀਂ ਮੰਨਿਆ। ਉਹ ਬਾਣੀ ਕਹਿੰਦੇ ਨਹੀਂ ਭਾਈ, ਉਹ ਜਿਹੜਾ ਬਖਸ਼ਾ ਹੋਣੀਆਂ ਸੀ ਧੁਰ ਦਰਵਾਗ ਤੋਂ ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤਰਾਈ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ। ਇਹ ਜਿਸ ਕੀ ਵਸਤ ਤਿਸੇ ਘਰ ਆਵੇ, ਇਹ ਉਹਨੂੰ ਮਿਲਣੀ ਆ ਜਿਹਨੂੰ ਧੁਰ ਦਰਗਾਹ ਤੋਂ ਬਖਸ਼ਾ ਹੋਈਆਂ ਨੇ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਦੀ ਹੋਣੀਆਂ ਸੀ, ਕਿਉਂਕਿ ਉਹ ਧੁਰ ਦਰਗਾਹ ਤੋਂ ਇਸ ਤਰ੍ਹਾਂ ਹੀ ਹੋਇਆ ਸੀ ਭਾਈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਸੀਂ ਜੀਵਨ ਗਾਥਾ ਆਰੰਭ ਕੀਤੀ ਹੋਈ ਆ, ਤੇ ਉਹਨਾਂ ਦੇ ਕੁਛ ਆਪਾਂ ਵਿਚਾਰ ਅੱਜ ਕੀਤੇ ਨੇ। ਤੇ ਮਹਾਰਾਜ ਕਿਰਪਾ ਕਰਨ। ਸਮਾਂ ਥੋੜ੍ਹਾ ਜਿਹਾ ਨਾਜ਼ੁਕ ਜਿਹਾ ਜਾ ਰਿਹਾ ਵਾ, ਪਰ ਕੁਦਰਤ ਬੜੀ ਬੇਪਰਵਾਹ ਵਾ, ਉਹ ਬੜਾ ਡਾਢਾ ਵਾ। ਮੈਂ ਨਾ ਰਾਤੀ ਕੋਠੇ 'ਤੇ ਟਹਿਲ ਰਿਹਾ ਸੀ ਤੇ ਚੰਦਰਮਾ ਨੂੰ ਵੇਖ ਰਿਹਾ ਸੀ, ਤੇ ਵੇਖਦਿਆਂ ਵੇਖਦਿਆਂ ਚੰਦਰਮਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਯਾਦ ਆ ਗਿਆ। ਮੈਂ ਉਹਨੂੰ ਸਾਂਝਾ ਕਰਕੇ ਤੇ ਸਮਾਪਤੀ ਕਰਾਂ। ਗੁਰੂ ਗੋਬਿੰਦ ਸਿੰਘ ਲਿਖਦੇ ਆ ਵੀ ਜਦੋਂ ਅਸੀਂ 8 ਪੋਹ ਦੀ ਰਾਤ ਨੂੰ ਜੰਗ ਸਮਾਪਤ ਹੋਈ ਨਾ, ਤੇ ਚਮਕੌਰ ਦੀ ਗੜੀ ਵਿੱਚ ਅਸੀਂ ਬੈਠੇ ਸੀ ਤੇ ਰਾਤ ਪੈ ਗਈ। ਮਾਰੇ ਇੱਕ ਸ਼ੇਰ ਲਿਖਿਆ ਜਫਰਨਾਮੇ 'ਚ ਕਿ ਜਹਾਨੇ ਚਰਾਗੇ ਸੁਧ ਬੁਰਕਾ ਪੋਸ਼। ਜਹਾਨੇ ਚਰਾਗੇ, ਜਹਾਨ ਦਾ ਚਰਾਗ ਕਿਹੜਾ ਵਾ, ਦੀਵਾ ਕਿਹੜਾ, ਸੂਰਜ। ਜਹਾਨੇ ਚਰਾਗੇ ਸੁਧ ਬੁਰਕਾ ਪੋਸ਼, ਇਹ ਬੁਰਕੇ 'ਚ ਚਲ ਗਿਆ, ਜਾਨੀ ਕਿ ਸੂਰਜ ਨੂੰ ਛਿਪ ਗਿਆ ਨਾ। ਸ਼ਾਹੇ ਸ਼ਬ, ਸ਼ਬ ਕਹਿੰਦੇ ਨੇ ਰਾਤ ਨੂੰ। ਇਹ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰੀ ਸ਼ਬਦ ਆਇਆ ਸ਼ਬ। ਸ਼ਾਹੇ ਸ਼ਬ ਹਮੇ ਜਲਵਾ ਜੋਸ। ਤੇ ਰਾਤ ਦਾ ਬਾਦਸ਼ਾਹ ਬੜੇ ਚਮਕ ਦਮਕ ਦੇ ਨਾਲ ਚੜਿਆ, ਬਹੁਤ ਚੰਦਰਮਾ ਬਹੁਤ ਚਮਕਿਆ।
ਤੇ ਮੈਂ ਕਦੀ ਸੋਚਦਾ ਵੀ ਅਸੀਂ ਕਦੀ ਚਮਕਿਆ ਚੰਦਰਮਾ ਵੇਖਿਆ ਹੀ ਨਹੀਂਗਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਬੜਾ ਹੀ ਚਮਕਦਾ ਸੀ ਚੰਦਰਮਾ ਉਦੋਂ ਉਸ ਸਮੇਂ। ਤੇ ਆ ਹੁਣ ਵੇਖਿਆ ਜ਼ਿੰਦਗੀ 'ਚ ਪਹਿਲੀ ਵਾਰੀ ਚੰਦਰਮਾ ਚਮਕਦਾ। ਇਹ ਧੂੰਆਂ ਮਾਰ ਮਾਰ ਕੇ ਗੱਡੀਆਂ ਨੇ ਤੇ ਭੱਠਿਆਂ ਨੇ ਤੇ ਚਿਮਨੀਆਂ ਨੇ ਤੇ ਮਨੁੱਖਤਾ ਨੇ ਜ਼ਹਿਰ ਘੋਲ ਛੱਡੀ ਇਸ ਧਰਤੀ ਉੱਤੇ, ਚੰਦਰਮਾ ਚਮਕਣੋਂ ਹਟ ਗਿਆ। ਇੱਦਾਂ ਤਾਂ ਹੋਣਾ ਚਾਹੀਦਾ ਕਦੀ ਕਦੀ, ਤਾਂ ਇਹ ਕੁਦਰਤ ਦੀ ਰਚਨਾ ਬਚਣੀ ਆ। ਜੋ ਮਨੁੱਖ ਪਿਆ ਕਰਦਾ ਇਹਨੇ 84 ਲੱਖ ਜੂਨ ਦਾ ਜੀਣਾ ਹਰਾਮ ਕਰ ਛੱਡਿਆ। ਇਹਨੇ ਆਪਣੀਆਂ ਸੁੱਖ ਸਹੂਲਤਾਂ ਵਾਸਤੇ, ਪੈਸਾ ਇਕੱਠਾ ਕਰਨ ਵਾਸਤੇ ਇਹਨੇ 84 ਲੱਖ ਜੂਨ ਦਾ ਜੀਣਾ ਹਰਾਮ ਕਰ ਛੱਡਿਆ। 1.5 ਮਹੀਨਾ ਹੋ ਗਿਆ ਕੋਈ ਗੱਡੀ ਨਹੀਂ ਚੱਲੀ, ਧੂੰਆਂ ਨਹੀਂ ਨਿਕਲਿਆ, ਤੇ ਹੁਣ ਰਾਤ ਨੂੰ ਚੰਦਰਮਾ ਵੇਖਿਆ ਨਹੀਂ ਜਾਂਦਾ, ਇੰਨਾ ਚਮਕਣ ਦਿਆ। ਇਸ ਕਰਕੇ ਕੁਦਰਤ ਨੇ ਆਪਣੀ ਰਚਨਾ ਨੂੰ ਬਚਾਉਣਾ ਵਾ, ਤੇ ਕੋਈ ਘਾਬਰਨ ਦੀ ਕੋਈ ਲੋੜ ਨਹੀਂ ਆ, ਉਹਦੀ ਕੋਈ ਆਪਣੀ ਕੋਈ ਖੇਡ ਹੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਤੋਂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਤੇ ਆਉਣ ਵਾਲੇ ਸਮੇਂ 'ਚ ਖਡੂਰ ਸਾਹਿਬ ਦੀ ਧਰਤੀ ਉੱਤੇ ਮਹਾਰਾਜ ਨੇ ਹੋਰ ਕਿਹੜੇ ਕਿਹੜੇ ਗੁਰਸਿੱਖਾਂ ਨੂੰ ਬਖਸ਼ਾਂ ਕੀਤੀਆਂ, ਕਿਉਂਕਿ ਹੁਣ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਏ। ਹੁਣ ਦਾਤਾਂ ਲੈ ਕੇ ਉਹ ਕਰਤਾਰਪੁਰ ਸਾਹਿਬ ਧਰਤੀ ਤੋਂ ਜਦੋਂ ਜਾਂਦੇ ਨੇ ਤੇ ਖਡੂਰ ਸਾਹਿਬ ਵਰਤਾਉਂਦੇ ਨੇ, ਉੱਥੇ ਕਿਵੇਂ ਬਖਸ਼ਾਂ ਹੁੰਦੀਆਂ ਨੇ। ਤੇ ਮਹਾਰਾਜ ਕਿਰਪਾ ਕਰਨ ਵਾਲੇ ਸਮੇਂ 'ਚ ਫਿਰ ਆਪਾਂ ਵਿਚਾਰ ਕਰਾਂਗੇ। ਹੁਣ ਇੱਥੇ ਵਿਚਾਰਾਂ ਦੀ ਸਮਾਪਤੀ ਹੈ ਭਾਈ। ਬਹੁਤ ਸੰਗਤਾਂ ਨੇ ਸੰਯੋਗ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।